ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਗੁਰਸਿੱਖ ਪਿਆਰੇ ਆਪਣੇ ਪਰਿਵਾਰ ਸਮੇਤ ਬੱਚਿਆਂ ਨਾਲ ਬੈਠ ਕੇ ਅਰਥਾਂ ਸਮੇਤ ਸਹਿਜ ਪਾਠ ਕਰਨਾ ਚਾਹੁੰਦੇ ਨੇ, ਉਹਨਾਂ ਵਾਸਤੇ ਇੱਕ ਕੰਟੀਨਿਊ ਸੀਰੀਜ਼ ਸ਼ੁਰੂ ਕੀਤੀ ਗਈ ਹੈ। ਅੱਧੇ ਘੰਟੇ ਦੀ ਵੀਡੀਓ ਤੁਸੀਂ ਗੁਰੂ ਦੇ ਪਿਆਰ ਵਿੱਚ ਆ ਕੇ ਫੋਲੋ ਕਰਨੀ ਹੈ। ਨਾਲੇ ਤੇ ਪਾਵਨ ਪਵਿੱਤਰ ਗੁਰਬਾਣੀ ਦਾ ਸਹਿਜ ਪਾਠ ਹੋ ਜਾਏਗਾ, ਨਾਲੇ ਅਰਥ ਸੁਣਦਿਆਂ ਸੁਣਦਿਆਂ ਸਾਡੇ ਅੰਦਰ ਇੰਸਟਾਲ ਹੋਣਗੇ। ਇਸੇ ਸਮੇਂ ਵੀ ਇਸ ਅਰਥਾਂ ਸਮੇਤ ਸਹਿਜ ਪਾਠ ਦੇ ਪਿਛਲੇ ਐਪੀਸੋਡਸ ਦੇਖਣ ਵਾਸਤੇ YouTube ਦੇ ਗੁਰਗਿਆਨ ਟੀਵੀ ਤੇ ਜਾਣਾ। ਇਹ ਲੋਗੋ ਤੁਹਾਨੂੰ ਦਿਖਾਈ ਦੇਗਾ। ਗੁਰਗਿਆਨ ਟੀਵੀ ਦੇ ਅੰਦਰ ਇੱਕ ਪਲੇਲਿਸਟ ਹੈ SGGS ਸਹਿਜ ਪਾਠ ਵਿਦ ਮੀਨਿੰਗਸ। ਉਸ ਵਿੱਚ ਇਹ ਸਾਰੇ ਐਪੀਸੋਡਸ ਤੁਹਾਨੂੰ ਮਿਲ ਜਾਣਗੇ। ਜੇ ਤੁਸੀਂ ਹਾਲੇ ਤੱਕ ਗੁਰਗਿਆਨ ਟੀਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾ ਦੇਣਾ, ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਜਾਇਆ ਕਰੇ। ਜਿਨ੍ਹਾਂ ਨੂੰ ਉਪਰਾਲਾ ਚੰਗਾ ਲੱਗਿਆ, ਆਪਣੇ ਮਿੱਤਰਾਂ, ਦੋਸਤਾਂ, ਰਿਸ਼ਤੇਦਾਰਾਂ ਨੂੰ ਜ਼ਰੂਰ ਇਹ ਲਿੰਕ ਭੇਜਣਾ। ਹਰ ਇੱਕ ਨੂੰ ਦੱਸਣਾ, ਆਓ ਲਾਹੇ ਪ੍ਰਾਪਤ ਕਰੀਏ ਜੀ। ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਜਿਮ ਜਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਵਾਹਿਗੁਰੂ ਜੀ ਦਾ, ਆਪਾਂ ਪਿਛਲੇ ਐਪੀਸੋਡ ਦੇ ਵਿੱਚ ਪਾਵਨ ਅੰਕ 2 ਪੰਨਾ ਨੰਬਰ 2 ਦੇ ਦੀਦਾਰ ਕੀਤੇ ਸੀ। ਅੱਜ 3 ਦੇ ਦੀਦਾਰ ਕਰਾਂਗੇ। ਮਨ ਨੂੰ ਜਿਹੜਾ ਸਬਜੈਕਟ ਚੰਗਾ ਲੱਗਦਾ ਹੈ, ਸਮਝ ਲਓ ਇਸਨੇ ਸੁਣ ਲਿਆ, ਉਸ ਤੋਂ ਪ੍ਰਭਾਵਿਤ ਹੋ ਜਾਂਦਾ ਹੈ। ਬਸ ਫਿਰ ਉਹਦੇ ਵਰਗਾ ਬਣਨ ਦੀ ਕੋਸ਼ਿਸ਼ ਕਰਦਾ ਤੇ ਉਹਦੇ ਵਰਗਾ ਬਣ ਜਾਂਦਾ ਹੈ। ਕੁਝ ਸਬਜੈਕਟ ਐਸੇ ਨੇ, ਸੁਣਿਆ ਸਤ ਸੰਤੋਖ ਗਿਆਨ। ਕੁਝ ਸਬਜੈਕਟ ਐਸੇ ਨੇ, ਮਨ ਨੂੰ ਚੰਗੇ ਲੱਗੇ, ਇਹਦੇ ਅੰਦਰ ਸਤ ਸੰਤੋਖ ਆ ਜਾਂਦਾ ਹੈ, ਸਬਰ ਸੰਤੋਖ, ਦਾਨ ਕਰਨ ਦੀ ਪ੍ਰਵਿਰਤੀ, ਗਿਆਨ ਪੈਦਾ ਹੋ ਜਾਂਦਾ ਹੈ। ਸੁਣਿਆ 8 60 ਕਾ ਇਸ਼ਨਾਨ, ਇਹਨੂੰ ਅਸਲੀ ਇਸ਼ਨਾਨ ਦੀ ਸੋਝੀ ਆ ਜਾਂਦੀ ਹੈ। ਅਸਲੀ 68 ਤੀਰਥ ਜਿਹੜਾ ਹੈ ਇਹਦੇ ਅੰਦਰ ਹੈ। ਦੂਸਰੇ, ਜੇ ਇਸ ਨੂੰ ਕਰਮਕਾਂਡ ਦੇ ਰੂਪ ਵਿੱਚ ਸਬਜੈਕਟ ਸੁਣਾਏ ਜਾਣ, ਮਨ ਨੂੰ ਉਹ ਚੰਗੇ ਲੱਗਣ, ਤੇ ਇਹ ਇਸ਼ਨਾਨ ਆਦਿਕ ਦੇ ਕਰਮਕਾਂਡਾਂ ਵਿੱਚ ਵੀ ਪੈ ਜਾਂਦਾ ਹੈ। ਨਿਰਭਰ ਕਰਦਾ ਮਨ ਨੂੰ ਸਬਜੈਕਟ ਕਿਹੜਾ ਪ੍ਰਭਾਵਿਤ ਕਰ ਗਿਆ, ਕਿਹੜਾ ਚੰਗਾ ਲੱਗਿਆ। ਉਹ ਇਹਨੇ ਸੁਣ ਲਿਆ, ਇਹਨੂੰ ਕਹਿੰਦੇ ਨੇ ਸੁਣਨਾ। ਸੁਣਿਆ ਪੜ ਪੜ ਪਾਵਹਿ ਮਾਨ, ਕਿਸੇ ਨੂੰ ਪਤਾ ਲੱਗਿਆ ਐਜੂਕੇਸ਼ਨ ਦੇ ਵਿੱਚ ਤਰੱਕੀ ਹੁੰਦੀ ਹੈ, ਸਿਆਣਾ ਬਣ ਜਾਂਦਾ ਹੈ, ਪ੍ਰਭਾਵਿਤ ਹੋ ਗਿਆ, ਪੜ੍ਹਨ ਲੱਗ ਪਿਆ, ਪੜ੍ਹ ਪੜ੍ਹ ਕੇ ਮਾਣ ਪ੍ਰਾਪਤ ਕਰ ਲਿਆ। ਸੁਣਿਆ ਲੱਗੈ ਸਹਿਜ ਧਿਆਨ, ਧਿਆਨ ਬਾਰੇ ਸਬਜੈਕਟ, ਕੌਨਸਟੈਂਟ ਮਾਈਂਡਡ ਕਿਵੇਂ ਹੁੰਦਾ ਹੈ, ਧਿਆਨ ਕਿਵੇਂ ਲੱਗਦਾ ਹੈ। ਸਭ ਤੋਂ ਜ਼ਰੂਰੀ ਹੈ ਮਨ ਕਿਸ ਤਰ੍ਹਾਂ ਦੇ ਸਬਜੈਕਟ ਸੁਣ ਕੇ ਪ੍ਰਭਾਵਿਤ ਹੁੰਦਾ ਹੈ। ਇੱਥੇ ਗੱਲ ਯਾਦ ਰੱਖਿਓ, ਮਾਪੇ ਜਦੋਂ ਬੱਚੇ ਨੂੰ ਕੁਝ ਕਹਿੰਦੇ ਨੇ, ਬੱਚਾ ਇਗਨੋਰ ਕਰਦਾ ਹੈ, ਆਵਾਜ਼ ਮਾਰਦੇ ਨੇ, ਉਹ ਧਿਆਨ ਹੀ ਨਹੀਂ ਦਿੰਦਾ। ਪੁੱਤ ਟੀਵੀ ਬੰਦ ਕਰ, ਗੇਮਾਂ ਬੰਦ ਕਰ। ਤੇ ਜਦੋਂ ਉਸਨੂੰ ਚੰਗਾ ਨਹੀਂ ਲੱਗਦਾ, ਉਹ ਇਗਨੋਰ ਕਰਦਾ, ਇਹਦਾ ਮਤਲਬ ਉਹਨੇ ਸੁਣਿਆ ਹੀ ਨਹੀਂ। ਤੇ ਮਾਪੇ ਕਹਿੰਦੇ ਨੇ ਇਹ ਸਾਡੀ ਗੱਲ ਹੀ ਨਹੀਂ ਸੁਣਦਾ, ਭਾਵ ਇਹ ਸਾਡੀ ਗੱਲ ਤੋਂ ਪ੍ਰਭਾਵਿਤ ਨਹੀਂ ਹੁੰਦਾ, ਇਹਦੇ ਮਨ ਨੇ ਉਸ ਗੱਲ ਨੂੰ ਫੋਲੋ ਨਹੀਂ ਕੀਤਾ। ਤੇ ਜਿਹੜਾ ਗੁਰਮਤਿ ਦਾ ਸਬਜੈਕਟ ਹੈ ਨਾ, ਨਾਨਕ ਭਗਤਾਂ ਸਦਾ ਬੇਗਾਸ, ਜਦੋਂ ਮਨ ਪ੍ਰਭਾਵਿਤ ਹੁੰਦਾ ਨਾ ਗੁਰਮਤਿ ਦੇ ਸਬਜੈਕਟ ਤੋਂ, ਰੱਬੀ ਉਪਦੇਸ਼ਾਂ ਤੋਂ, ਫਿਰ ਇਹਨੂੰ ਭਗਤ ਬਣਨ ਦੀ ਬਿਰਤੀ ਆਉਂਦੀ ਹੈ। ਵਾਹਿਗੁਰੂ ਜੀ ਦਾ ਸੇਵਕ, ਗੁਰੂ ਦਾ ਪਿਆਰਾ ਗੁਰਸਿੱਖ, ਸਦਾ ਆਨੰਦ ਵਿੱਚ ਰਹਿਣ ਦਾ, ਸਦਾ ਖੇੜੇ ਵਿੱਚ, ਵਿਗਾਸ ਵਿੱਚ ਰਹਿਣ ਦੀ ਇਹਨੂੰ ਜੀਵਨ ਜੁਗਤ ਮਿਲ ਜਾਂਦੀ ਹੈ। ਸੁਣਿਆ ਦੁੱਖ ਪਾਪ ਕਾ ਨਾਸ, ਮਨ ਗੁਰਮਤਿ ਦੇ ਸਬਜੈਕਟ ਤੋਂ ਪ੍ਰਭਾਵਿਤ ਹੋ ਜਾਵੇ, ਗੁਰਬਾਣੀ ਦੀਆਂ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਜਾਵੇ, ਇਹਨੂੰ ਚੰਗੀਆਂ ਲੱਗਦੀਆਂ ਨੇ, ਇਹਨੇ ਸੁਣ ਲਿਆ, ਫਿਰ ਇਹ ਮੰਨਦਾ ਵੀ ਹੈ। ਬਸ ਮਨ ਨੂੰ ਜਿਹੜੀ ਗੱਲ ਚੰਗੀ ਨਹੀਂ ਨਾ ਲੱਗਦੀ, ਉਹਨੂੰ ਅਣਸੁਣੀ ਕਰ ਦਿੰਦਾ ਹੈ, ਉਹਨੂੰ ਮੰਨਦਾ ਨਹੀਂ। ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਸੁਣੇਗਾ, ਮੰਨੇਗਾ, ਪਾਪ ਪ੍ਰਵਿਰਤੀ ਖਤਮ ਹੋਏਗੀ।
ਅੰਦਰੋਂ ਦੁੱਖਾਂ ਦਾ ਨਾਸ਼ ਹੋਏਗਾ। ਸੁਣਿਆ ਸਰਾ ਗੁਣਾ ਕੇ ਗਾ। ਵਾਹਿਗੁਰੂ ਜੀ ਗੁਣਾਂ ਦੇ ਸਮੁੰਦਰ ਨੇ। ਵਾਹਿਗੁਰੂ ਜੀ ਦੇ ਗੁਣਾਂ ਬਾਰੇ, ਉਹਦੇ ਨਿਯਮਾਂ ਬਾਰੇ, ਵਾਹਿਗੁਰੂ ਜੀ ਦੀਆਂ ਬਖਸ਼ਿਸ਼ਾਂ ਬਾਰੇ ਜਿਉਂ-ਜਿਉਂ ਸੁਣਦਾ ਹੈ ਨਾ, ਮਨ ਨੂੰ ਚੰਗਾ ਲੱਗਣ ਲੱਗ ਜਾਵੇ। ਗਾਹ ਭਾਵ ਭੇਦ ਪਾ ਲੈਂਦਾ, ਇਹਨੂੰ ਸਮਝ ਆ ਜਾਂਦੀ ਹੈ। ਸੁਣਿਆ ਸ਼ੇਖ ਪੀਰ ਪਾਤਸ਼ਾਹ। ਜੇ ਮਨ ਇਸ ਤਰ੍ਹਾਂ ਦੇ ਸਬਜੈਕਟ ਸੁਣਦਾ ਹੈ, ਸ਼ੇਖ ਕੀ ਹੁੰਦੇ ਨੇ, ਸ਼ੇਖਾਂ ਬਾਰੇ ਜਦੋਂ ਪੋਜ਼ੀਟਿਵ ਸਬਜੈਕਟ ਕਿਸੇ ਪੀਰ ਪਾਤਸ਼ਾਹ ਬਾਰੇ, ਤਾਂ ਮਨ ਪ੍ਰਭਾਵਿਤ ਹੋ ਕੇ ਉਹੀ ਜਿਹਾ ਬਣ ਜਾਂਦਾ ਹੈ। ਸੁਣਿਆ ਅੰਧੇ ਪਾਵੈ ਰਾਹ। ਅੰਧਾ ਜਿਹਨੂੰ ਪਤਾ ਹੀ ਨਹੀਂ, ਸੋਝੀ ਕੋਈ ਨਹੀਂ, ਜਿਸ ਬਾਰੇ ਸੋਝੀ ਨਹੀਂ ਉਸ ਪੱਖ ਤੋਂ ਅੰਧਾ ਹੈ। ਜਿਸ ਚੀਜ਼ ਦਾ ਗਿਆਨ ਨਹੀਂ ਉਹ ਅੰਧਾ ਹੈ। ਜੇ ਇਸ ਨੂੰ ਗਿਆਨ ਵਾਲਾ ਸਬਜੈਕਟ ਮਿਲ ਜਾਵੇ ਕਿ ਜਿਹੜਾ ਗਿਆਨ ਤੋਂ ਬਿਨਾਂ ਅੰਧਾ ਸੀ, ਇਹਨੂੰ ਅਸਲੀ ਜ਼ਿੰਦਗੀ ਦਾ ਰਾਹ ਮਿਲ ਜਾਂਦਾ ਹੈ। ਸੁਣਿਆ ਹੱਥ ਹੋਵੇ ਅਸਗਾ। ਅਸਗਾ ਸਮੁੰਦਰ ਵਰਗਾ ਵੱਡਾ ਔਖਾ। ਜਿਹੜੀ ਚੀਜ਼ ਇਹਨੂੰ ਔਖੀ ਲੱਗਦੀ ਹੈ ਨਾ, ਉਨੀ ਚਿਰ ਲੱਗਦੀ ਜਿੰਨਾ ਚਿਰ ਗਿਆਨ ਨਹੀਂ। ਉਸ ਬਾਰੇ ਸਮਝਾਇਆ ਜਾਂਦਾ ਹੈ। ਜਦੋਂ ਸਮਝਾਇਆ ਜਾਂਦਾ ਤਾਂ ਸਬਜੈਕਟ ਇਸ ਨੂੰ ਚੰਗਾ ਲੱਗੇ, ਮਨ ਨੂੰ ਸਮਝ ਆਉਣ ਲੱਗ ਜਾਵੇ, ਤਾਂ ਹੱਥ ਕੁ ਜਿੰਨਾ ਹੋ ਜਾਂਦਾ, ਭਾਵ ਸੌਖਾ ਲੱਗਣ ਲੱਗ ਜਾਂਦਾ ਹੈ। ਨਾਨਕ ਭਗਤਾਂ ਸਦਾ ਬੇਗਾਸ। ਗੁਰਬਾਣੀ ਦੀਆਂ ਸਿੱਖਿਆਵਾਂ ਇੱਕ ਐਸਾ ਸਬਜੈਕਟ ਹੈ, ਇਹ ਰੱਬੀ ਸਬਜੈਕਟ ਹੈ, ਰੱਬੀ ਉਪਦੇਸ਼ ਹੈ, ਰੱਬੀ ਗਿਆਨ ਹੈ। ਗੁਰਬਾਣੀ ਬ੍ਰਹਮ ਗਿਆਨ ਹੈ। ਇਹਦੇ ਨਾਲ ਸਦਾ ਆਨੰਦ ਵਿਕਾਸ ਖੇੜੇ ਵਿੱਚ ਰਹਿਣ ਦੀ ਯੁਕਤ ਮਿਲਦੀ ਹੈ। ਸੁਣਿਆ ਦੁੱਖ ਪਾਪ ਕਾ ਨਾਸ਼। ਅੰਦਰੋਂ ਪਾਪ ਪ੍ਰਵਿਰਤੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਇਸ ਪ੍ਰਵਿਰਤੀ ਦੇ ਨੁਕਸਾਨ ਦੇ ਸੋਝੀ ਮਿਲ ਜਾਂਦੀ ਹੈ। ਇਹਨੂੰ ਪਤਾ ਲੱਗ ਜਾਂਦਾ ਹੈ ਇਹ ਫਿੱਕੇ ਰਸ ਨੇ, ਗੁਣਾਂ ਦਾ ਪਰਉਪਕਾਰ ਦਾ, ਜ਼ਿੰਦਗੀ ਨੂੰ ਗੁਰੂ ਬਾਬੇ ਦੇ ਮਿਸ਼ਨ ਤੇ ਤੋਰਨ ਦਾ ਅਸਲੀ ਰਸ ਹੈ। ਇਹਨੂੰ ਸੋਝੀ ਆ ਜਾਂਦੀ ਹੈ ਤੇ ਪਾਪ ਪ੍ਰਵਿਰਤੀ ਖਤਮ ਹੋ ਜਾਂਦੀ ਹੈ। ਇਹ ਚਾਰ ਪਦੇ ਸਨ ਸੁਣਿਆਂ ਦੇ। ਸੁਣਨ ਦੇ ਅਰਥ ਹੈ ਮਨ ਨੂੰ ਚੰਗਾ ਲੱਗਿਆ। ਸੁਣਨ ਦੇ ਅਰਥ ਹੈ ਮਨ ਪ੍ਰਭਾਵਿਤ ਹੋ ਗਿਆ। ਸੁਣਨ ਦੇ ਅਰਥ ਹੈ ਮਨ ਮੰਨਣ ਲੱਗ ਪਿਆ। ਆਖੋ ਵਾਹਿਗੁਰੂ। ਅਗਲੇ ਚਾਰ ਪਦੇ ਮੰਨਣ ਦੇ ਨੇ। ਜਦੋਂ ਮਨ ਰੱਬੀ ਉਪਦੇਸ਼ ਨੂੰ, ਗੁਰੂ ਦੇ ਉਪਦੇਸ਼ ਨੂੰ, ਸਿੱਖਿਆਵਾਂ ਨੂੰ, ਗਿਆਨ ਨੂੰ ਮੰਨਣ ਲੱਗ ਜਾਵੇ ਨਾ, ਮੰਨੇ ਕੀ ਗਤ ਕਹੀ ਨਾ ਜਾਏ। ਗਤ ਹੁੰਦਾ ਅੰਦਰਲੀ ਅਵਸਥਾ, ਇੰਟਰਨਲ ਸਿਚੁਏਸ਼ਨ, ਇੰਟਰਨਲ ਲਾਈਫ, ਬੰਦੇ ਦੇ ਸੁਭਾਅ ਦਾ ਲੈਵਲ, ਬੰਦੇ ਦੀ ਸੋਚ ਦਾ ਲੈਵਲ, ਬੰਦੇ ਦੀ ਵਿਚਾਰਧਾਰਾ ਦਾ ਲੈਵਲ। ਇਹ ਐਕਸਪਲੇਨ ਨਹੀਂ ਕੀਤਾ ਜਾ ਸਕਦਾ, ਬੁੱਝਿਆ ਨਹੀਂ ਜਾ ਸਕਦਾ। ਮੈਂ ਬੇਨਤੀ ਕਰਾਂ, ਦੁਨੀਆ ਦੂਰੋਂ ਦੂਰੋਂ ਦੇਖਦੀ ਹੈ, ਦੁਨੀਆ ਉੱਪਰੋਂ ਉੱਪਰੋਂ ਦੇਖਦੀ ਹੈ, ਦੁਨੀਆ ਹਰ ਇੱਕ ਨੂੰ ਆਪਣੇ ਸੁਭਾਅ ਵਿੱਚੋਂ ਦੀ ਦੇਖਦੀ ਹੈ। ਲੋਭੀ ਨੂੰ ਕਿਸੇ ਦਾ ਪਰਉਪਕਾਰ ਨਹੀਂ ਦਿਸਦਾ, ਕਿਉਂਕਿ ਸੁਭਾਅ ਲੋਭੀ ਹੈ। ਸੁਭਾਅ ਨਫ਼ਰਤ ਵਾਲਾ ਹੁੰਦਾ ਨਾ, ਉਹਨੂੰ ਪਰਉਪਕਾਰ ਨਹੀਂ ਦਿਸਦਾ, ਇਹਦਾ ਚੰਗਾ ਗੁਣ ਨਹੀਂ ਦਿਸਦਾ। ਕਿਉਂ? ਕਿਉਂਕਿ ਇਹ ਤੇ ਤਾਂ ਦਿਸੇਗਾ ਨਾ ਜੇ ਆਪਣੀ ਅਵਸਥਾ ਉਹਦੀ ਉਸ ਤਰ੍ਹਾਂ ਦੀ ਹੋਏਗੀ। ਇਸ ਲਈ ਜਿਹੜਾ ਮਨ ਮੰਨਣ ਤੁਰ ਪਿਆ ਨਾ, ਉਹਦੇ ਸੁਭਾਅ ਦਾ ਲੈਵਲ, ਉਹਦੀ ਸੋਚ ਦਾ ਲੈਵਲ ਕਹਿਣ ਮਾਤਰ ਨਹੀਂ ਹੈ। ਇਹ 'ਚ ਜਿਉਂ-ਜਿਉਂ ਜ਼ਿੰਦਗੀ ਜਿਵਾਂਗੇ ਤਿਉਂ ਸਮਝ ਪਵੇਗੀ। ਜੇ ਕੋ ਕਹੈ ਪਿੱਛੇ ਪਛਤਾਏ। ਜਿਹੜੇ ਮੰਨਦੇ ਨੇ ਨਾ, ਜਿਹੜਾ ਮਨ ਰੱਬੀ ਉਪਦੇਸ਼ਾਂ ਨੂੰ ਮੰਨਦਾ ਹੈ, ਗੁਰੂ ਦੇ ਮਿਸ਼ਨ ਨੂੰ ਮੰਨਦਾ ਹੈ, ਗੁਰੂ ਦੀਆਂ ਸਿੱਖਿਆਵਾਂ ਨੂੰ ਮੰਨਦਾ ਹੈ, ਉਹਦੇ ਬਾਰੇ ਜੇ ਕੋਈ ਕਹਿੰਦਾ ਹੈ ਨਾ ਕਿ ਉਹ ਪਛਤਾਉਂਦਾ ਹੈ, ਕਿਉਂਕਿ ਉਹ ਸਮਝ ਨਹੀਂ ਸਕਦਾ। ਜਿਹੜਾ ਆਪ ਨਹੀਂ ਨਾ ਇਸ ਮਾਰਗ ਤੇ ਤੁਰਿਆ, ਉਹ ਨਹੀਂ ਸਮਝ ਸਕਦਾ। ਜਿਹੜਾ ਪਰਉਪਕਾਰ ਦੇ ਮਾਰਗ ਤੇ ਤੁਰਿਆ ਨਹੀਂ ਨਾ ਪ੍ਰੈਕਟੀਕਲ ਰੂਪ ਵਿੱਚ, ਜਿਹੜਾ ਸਿੱਖੀ ਦੇ ਮਾਮਲੇ ਤੇ ਨਹੀਂ ਤੁਰਿਆ, ਜਿਹਨੂੰ ਸਿੱਖੀ ਸਰੂਪ ਹੀ ਨਹੀਂ ਚੰਗਾ ਲੱਗਦਾ, ਜਿਹੜਾ ਗੁਰਮਤਿ ਦੇ ਮਾਰਗ ਤੇ ਨਹੀਂ ਤੁਰਿਆ, ਜਿਹਨੂੰ ਗੁਰਮਤਿ ਦੀ ਸੋਝੀ ਹੋਈ ਨਹੀਂ ਹੈ, ਮਨਮਤ ਕਰੀ ਜਾ ਰਿਹਾ, ਪਖੰਡ ਕਰੀ ਜਾ ਰਿਹਾ, ਉਹਨੂੰ ਨਹੀਂ ਸਮਝ ਆਏਗੀ। ਉਹ ਜਿਤਨਾ ਕੁਝ ਕਹੇਗਾ ਨਾ ਇਸੇ ਜੀਵਨ ਬਾਰੇ, ਉਹਨੂੰ ਪਛਤਾਵਾ ਲੱਗੇਗਾ। ਕਿਉਂਕਿ ਜਿਹੜਾ ਅੰਦਰਲਾ ਸੁਭਾਅ ਦਾ ਲੈਵਲ ਗੁਰਮੁਖ ਬਣ ਜਾਵੇ ਨਾ, ਰੱਬੀ ਉਪਦੇਸ਼ ਗੁਰਬਾਣੀ ਦੀਆਂ ਸਿੱਖਿਆਵਾਂ ਅਨੁਸਾਰ ਸੋਚ ਬਣ ਜਾਵੇ ਨਾ, ਉਹਦੇ ਬਾਰੇ ਕਾਗਜ਼ ਕਲਮ ਨਾ ਲਿਖਣ ਹਾਰ। ਕਲਮ ਹੀ ਨਹੀਂ ਕੋਈ, ਕਾਗਜ਼ ਹੀ ਨਹੀਂ, ਭਾਵ ਉਹ ਲਿਖਣ ਵਿੱਚ ਨਹੀਂ ਆਉਂਦਾ। ਇਹਦਾ ਮਤਲਬ ਪ੍ਰੈਕਟੀਕਲ ਜਿਉਂ ਕਿ ਪਤਾ ਲੱਗਦਾ ਹੈ, ਇਹ ਇਸ ਵਿੱਚ ਸਿਧਾਂਤ ਹੈ। ਕਿਉਂਕਿ ਸਿਧਾਂਤਿਕ ਸਾਨੂੰ ਵਿਆਖਿਆ ਬਹੁਤ ਜ਼ਰੂਰੀ ਹੈ। ਜ਼ਿੰਦਗੀ 'ਚ ਜਿਉਂ ਕਿ ਪਤਾ ਲੱਗਦਾ ਹੈ। ਮੰਨੇ ਕਾ ਬਹਿ ਕਰਨ ਵਿਚਾਰ। ਜੇ ਕੋਈ ਐਵੇਂ ਡਿਸਕਸ਼ਨ ਕਰਨ ਲੱਗ ਜਾਵੇ ਨਾ,
ਲੋਕ ਤਾਂ ਪਰਉਪਕਾਰੀ ਨੂੰ ਵੀ ਦੇਖਦੇ ਨੇ, ਪਤਾ ਨਹੀਂ ਇਹਦੇ ਵਿੱਚੋਂ ਕੁਝ ਕਮਾਉਂਦਾ ਹੋਵੇਗਾ। ਪਰਉਪਕਾਰੀ ਬਾਰੇ ਉਹ ਡਾਊਟਫੁਲ ਹੁੰਦੇ ਨੇ, ਜੈਲਸ ਹੋ ਜਾਂਦੇ ਨੇ, ਨਫ਼ਰਤ ਵਿੱਚ ਆ ਜਾਂਦੇ ਨੇ, ਕਿਉਂਕਿ ਜੋ ਸਾਰੇ ਮਿਲ ਕੇ ਵਿਚਾਰ ਵੀ ਕਰਦੇ ਨੇ ਨਾ, ਉਹਨਾਂ ਨੂੰ ਸਮਝ ਕਿਉਂ ਨਹੀਂ ਆਉਂਦੀ? ਕਿਉਂਕਿ ਆਪ ਨਹੀਂ ਤੁਰੇ ਹੋਏ ਹੋ। ਇਹ ਤਾਂ ਰੱਬੀ ਉਪਦੇਸ਼ ਹੈ ਪਿਆਰਿਓ। ਗੁਰਬਾਣੀ ਦੀਆਂ ਸਿੱਖਿਆਵਾਂ ਉਹ ਰੱਬੀ ਗਿਆਨ ਹੈ। ਇਸ ਗਿਆਨ ਨੂੰ ਨਾਮ ਕਿਹਾ, ਇਹ ਪਵਿੱਤਰ ਹੈ, ਮੈਲ ਤੋਂ ਰਹਿਤ ਹੈ, ਇਹਨੂੰ ਮੰਨਣਾ ਹੈ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਜਿੱਥੇ ਨਾਮ ਦੇ ਨਾਲ ਮੰਨਣ ਦੀ ਕਿਰਿਆ ਹੈ ਨਾ, ਇਹਦੇ ਅਰਥ ਹੈ ਗਿਆਨ, ਇਹਦੇ ਅਰਥ ਹੈ ਉਪਦੇਸ਼, ਇਹਦੇ ਅਰਥ ਹੈ ਸਿੱਖਿਆ। ਰੱਬੀ ਉਪਦੇਸ਼ ਗੁਰਬਾਣੀ ਹੈ। ਰੱਬੀ ਸਿੱਖਿਆਵਾਂ ਗੁਰਬਾਣੀ ਦੀਆਂ ਸਿੱਖਿਆਵਾਂ ਨੇ। ਗੁਰਬਾਣੀ ਦੀਆਂ ਸਿੱਖਿਆਵਾਂ ਗਿਆਨ ਰੂਪੀ ਨਾਮ ਹੈ। ਇਹਨੂੰ ਕੋਈ ਮਨ ਮੰਨ ਕੇ ਤਾਂ ਦੇਖੇ, ਪ੍ਰੈਕਟੀਕਲ ਤੁਰ ਕੇ ਤਾਂ ਦੇਖੇ, ਫਿਰ ਸਮਝ ਲੱਗੇਗੀ। ਅਗਲਾ 13ਵਾਂ ਪਦਾ ਹੈ, ਮੰਨੈ ਸੁਰਤ ਹੋਵੈ ਮਨ ਬੁੱਧ। ਜਦੋਂ ਪ੍ਰੈਕਟੀਕਲ ਰੂਪ ਵਿੱਚ ਸਿੱਖਿਆਵਾਂ ਨੂੰ ਮੰਨਦਾ ਹੈ ਨਾ, ਜ਼ਿੰਦਗੀ ਦੇ ਤਜਰਬੇ ਵਿੱਚੋਂ ਅੰਦਰ ਚੇਤਨਾ ਜਾਗਦੀ ਹੈ, ਸੁਰਤ ਜਾਗਦੀ ਹੈ, ਬੁੱਧ ਜਾਗਦੀ ਹੈ, ਮਨ ਜਾਗ ਪੈਂਦਾ ਹੈ। ਸੁੱਤਾ ਹੋਇਆ ਮਨ, ਸੁੱਤੀ ਹੋਈ ਬੁੱਧ, ਸੁੱਤੀ ਹੋਈ ਸੁਰਤ ਲੋਭੀ ਹੋਏਗੀ, ਹੰਕਾਰੀ ਹੋਏਗੀ, ਨਫ਼ਰਤ ਭਰੀ ਹੋਏਗੀ, ਜੈਲਸ ਵਾਲੀ ਹੋਏਗੀ, ਜ਼ਿੰਦਗੀ ਭਟਕਣਾ ਵਾਲੇ ਪਾਸੇ ਜਾ ਰਹੀ ਹੋਏਗੀ। ਮੰਨਣ ਵਾਲਾ ਮਨ ਕਰਕੇ ਜਾਗ ਪੈਂਦਾ ਹੈ। ਬੁੱਧ ਅਵੇਅਰ ਹੋ ਜਾਂਦੀ ਹੈ, ਅੰਦਰ ਅਵੇਅਰਨੈਸ, ਅੰਦਰ ਕੌਨਸ਼ੀਅਸਨੈਸ ਪੈਦਾ ਹੋ ਜਾਂਦੀ ਹੈ। ਮੰਨੈ ਸਗਲ ਭਵਨ ਕੀ ਸੁਧ। ਸਗਲ ਭਵਨ ਐਵਰੀਵੇਅਰ, ਸੋਝੀ ਆ ਜਾਂਦੀ ਹੈ। ਹਰ ਥਾਂ ਤੇ ਰੱਬ ਹੈ, ਹਰ ਥਾਂ ਤੇ ਰੱਬੀ ਉਪਦੇਸ਼ ਨੇ, ਹਰ ਥਾਂ ਤੇ ਰੱਬੀ ਗੁਣ ਨੇ, ਹਰ ਥਾਂ ਤੇ ਰੱਬੀ ਨਿਜ਼ਮ ਚੱਲ ਰਿਹਾ ਹੈ। ਮੰਨੈ ਮੋਹ ਚੋਟਾ ਨਾ ਖਾਏ। ਉਹ ਜ਼ਿੰਦਗੀ 'ਚ ਫੈਸਲੇ ਲੈਂਦਾ। ਕਈ ਵਾਰੀ ਦੁਨੀਆ ਨੂੰ ਫੈਸਲੇ ਚੰਗੇ ਨਹੀਂ ਲੱਗਦੇ, ਦੁਨੀਆ ਵਿਰੋਧ ਕਰਦੀ ਹੈ, ਪਰ ਇੱਕ ਦਿਨ ਕੂੜ ਨਿਖੁੱਟੈ ਨਾਨਕਾ ਓੜਕ ਸੱਚ ਰਹੀ। ਇੱਕ ਦਿਨ ਵਿਰੋਧ ਕਰਨ ਵਾਲੇ, ਨਿੰਦਾ ਕਰਨ ਵਾਲੇ, ਉਹਨੂੰ ਘਟੀਆ ਸ਼ੋਅ ਕਰਨ ਵਾਲੇ ਪਛਤਾਉਂਦੇ ਨੇ, ਕਿਉਂਕਿ ਉਹ ਕਾਮਯਾਬ ਹੁੰਦਾ ਹੈ। ਵਾਹਿਗੁਰੂ, ਉਹਦੇ ਮੂੰਹ ਤੇ ਚੋਟਾਂ ਨਹੀਂ ਪੈਂਦੀਆਂ। ਇਹਨੂੰ ਇੱਦਾਂ ਵੀ ਕਹਿ ਲਓ ਕਿ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਮੰਨਣ ਵਾਲੇ ਦੇ ਮੂੰਹ ਤੇ ਬੇਕਾਰਾਂ ਦੀਆਂ ਚੋਟਾਂ ਨਹੀਂ ਪੈਂਦੀਆਂ। ਹੰਕਾਰੀ ਦੀ ਬਾਡੀ ਲੈਂਗੁਏਜ ਦੱਸ ਦਿੰਦੀ ਹੈ ਹੰਕਾਰੀ ਹੈ। ਨਫ਼ਰਤ ਵਾਲੇ ਦੇ ਫੈਸਲੇ ਤੇ ਨਫ਼ਰਤ ਵਾਲੇ ਦੇ ਬੋਲ ਦੱਸ ਦਿੰਦੇ ਨੇ ਨਫ਼ਰਤ ਨਾਲ ਭਰਿਆ ਹੋਇਆ ਹੈ। ਜੈਲਸ ਹੋਣ ਵਾਲੇ ਦੇ ਫੈਸਲੇ ਦੱਸ ਦਿੰਦੇ ਨੇ ਜੈਲਸੀ ਹੈ। ਉਹ ਜਿਹੜੀ ਬਾਡੀ ਲੈਂਗੁਏਜ ਹੈ ਨਾ, ਉਹਦੇ ਮੂੰਹ ਤੇ ਚੋਟ ਵੱਜੀ ਹੋਈ ਹੈ, ਮੂੰਹ ਤੇ ਚਪੇੜ ਵੱਜੀ ਹੋਈ ਹੈ। ਜਿਹੜਾ ਮੰਨਦਾ ਹੈ ਨਾ, ਉਹਦੇ ਮੂੰਹ ਤੇ ਚੋਟਾਂ ਨਹੀਂ ਪੈਂਦੀਆਂ। ਮੰਨੈ ਜਮ ਕੈ ਸਾਥ ਨਾ ਜਾਏ। ਜਮ ਵਿਕਾਰਾਂ ਨੂੰ ਕਿਹਾ, ਸਰੀਰ ਦੀ ਮੌਤ ਤੋਂ ਬਾਅਦ ਨਹੀਂ, ਅੰਦਰੋਂ ਜਦੋਂ ਸੁਭਾਅ ਮਰ ਜਾਂਦਾ ਨਾ ਗੁਣਾਂ ਵਾਲਾ, ਇਹ ਗੁਣਾਂ ਵਾਲੇ ਸੁਭਾਅ ਦੀ ਮੌਤ ਤੋਂ ਬਾਅਦ ਵਿਕਾਰਾਂ ਰੂਪੀ ਜਮਦੂਤ ਆਉਂਦੇ ਨੇ। ਪੰਜ ਦੂਤ ਤੁਧ ਵਸ ਕੀਤੇ। ਜਦੋਂ ਨਿਮਰਤਾ ਵਾਲਾ ਗੁਣ ਮਰ ਜਾਂਦਾ ਨਾ, ਹੰਕਾਰ ਰੂਪੀ ਜਮ ਆਉਂਦਾ ਹੈ, ਘੇਰਦਾ ਤੈਨੂੰ। ਜਦੋਂ ਤੇਰੇ ਅੰਦਰ ਪਿਆਰ ਮਰ ਜਾਂਦਾ ਨਾ, ਨਫ਼ਰਤ ਆ ਜਾਂਦੀ ਹੈ। ਇਹ ਨਫ਼ਰਤ ਜਮ ਹੈ। ਜਦੋਂ ਅੰਦਰੋਂ ਨਿਮਰਤਾ ਮਰ ਜਾਂਦੀ, ਹੰਕਾਰ ਆ ਜਾਂਦਾ ਨਾ, ਲੋਭ ਲਾਲਚ ਆ ਜਾਂਦਾ ਹੈ। ਲੋਭ ਲਾਲਚ ਦੇ ਵਿੱਚ ਦੂਸਰਿਆਂ ਦਾ ਹੱਕ ਮਾਰਦਾ ਹੈ। ਲੋਭ ਲਾਲਚ ਦੇ ਵਿੱਚ ਘਟੀਆ ਤਰੀਕੇ ਨਾਲ ਪੈਸੇ ਕਮਾਉਣਾ ਹੈ। ਮਨ ਜਮ ਦੇ ਸਾਥ ਦੇ ਰਿਹਾ ਹੈ। ਸਰੀਰ ਦੀ ਮੌਤ ਤੋਂ ਬਾਅਦ ਨਹੀਂ, ਅੰਦਰ ਗੁਣਾਂ ਦੀ ਮੌਤ ਤੋਂ ਬਾਅਦ ਅੰਦਰ ਹੋ ਰਿਹਾ, ਇਸ ਜੀਵਨ ਵਿੱਚ ਹੀ ਹੋ ਰਿਹਾ। ਤੇ ਮੰਨਣ ਵਾਲਾ ਇਹ ਵਿਕਾਰਾਂ ਰੂਪੀ ਜਮਾਂ ਦਾ ਸੰਗ ਨਹੀਂ ਕਰਦਾ, ਸਾਥ ਨਾ ਜਾਏ। ਇਹ ਤੋਂ ਬਚਦਾ ਹੈ, ਬੇਈਮਾਨੀ ਤੋਂ ਬਚਦਾ ਹੈ। ਬੇਈਮਾਨੀ ਨਹੀਂ ਕਰਦਾ, ਨਫ਼ਰਤ ਨਹੀਂ ਕਰਦਾ, ਜੈਲਸ ਨਹੀਂ ਕਰਦਾ। ਉਹ ਲੋਭ ਲਾਲਚ ਵਿੱਚ ਨਹੀਂ, ਪਰਉਪਕਾਰ ਦੇ ਵਿੱਚ ਫੈਸਲੇ ਲੈਂਦਾ ਹੈ, ਪਰਉਪਕਾਰ ਦੇ ਕਰਮ ਕਰਦਾ ਹੈ। ਕਿਉਂਕਿ ਐਸਾ ਨਾਮ ਨਿਰੰਜਨ ਹੋਏ, ਉਹਨੇ ਗਿਆਨ ਰੂਪੀ ਨਾਮ ਨੂੰ ਮੰਨਿਆ। ਜਿਹੜਾ ਨਾਮ ਕਦੀ ਮੈਲਾ ਨਹੀਂ ਹੁੰਦਾ, ਰੱਬੀ ਉਪਦੇਸ਼ ਸਿੱਖਿਆ ਕਦੀ ਮੈਲੀ ਨਹੀਂ ਹੁੰਦੀ, ਨਿਰੰਜਨ ਹੈ। ਜੇ ਕੋ ਮਨ ਜਾਣੈ ਮਨ ਕੋਏ। ਕੋਈ ਮੰਨ ਕੇ ਤਾਂ ਦੇਖੇ, ਕੋਈ ਮਨ। ਜਿਹੜਾ ਮਨ ਮੰਨਦਾ ਹੈ ਨਾ, ਉਹੀ ਇਸ ਨੂੰ ਸਮਝਦਾ ਹੈ। ਮੰਨੈ ਮਾਰਗ ਠਾਕ ਨਾ ਪਾਏ। ਮਾਰਗ, ਰਸਤਾ। ਸਿੱਖ ਪਰਉਪਕਾਰੀ ਹੋਣਾ ਚਾਹੀਦਾ ਹੈ।
ਮੱਥਾ ਟੇਕ ਕੇ ਹਰ ਕੋਈ ਕਹਿੰਦਾ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਕਿੰਨੇ ਐਸੇ ਮਨੁੱਖ ਨੇ ਜਿਨ੍ਹਾਂ ਦਾ ਜਨਮ ਤੇ ਸਿੱਖੀ ਘਰਾਂ ਵਿੱਚ ਹੋ ਗਿਆ, ਗੁਰਸਿੱਖ ਘਰਾਣਿਆਂ ਵਿੱਚ ਹੋਇਆ, ਪਰ ਉਹਨਾਂ ਨੂੰ ਸਿੱਖੀ ਸਰੂਪ ਚੰਗਾ ਨਹੀਂ ਲੱਗਦਾ। ਉਹਨਾਂ ਨੂੰ ਗੁਰਮਤਿ ਗੁਰਬਾਣੀ ਚੰਗੀ ਨਹੀਂ ਲੱਗਦੀ। ਉਹਨਾਂ ਨੂੰ ਗੁਰਮਤਿ ਦਾ ਪਿਆਰ ਜਗਾ ਦੇਣਾ, ਸਿੱਖੀ ਦਾ ਪਿਆਰ ਜਗਾ ਦੇਣਾ, ਸਿੱਖੀ ਸਰੂਪ ਦਾ ਪਿਆਰ ਜਗਾ ਦੇਣਾ, ਇਹ ਪਰਉਪਕਾਰ ਹੈ। ਪਰਉਪਕਾਰ ਦੇ ਮਾਰਗ ਤੇ ਤੁਰਦਿਆਂ ਵਿਘਨ ਆਉਂਦੇ ਨੇ, ਲੋਕ ਵਿਘਨ ਪੈਦਾ ਕਰਦੇ ਨੇ, ਆਪਣੀ ਵਿਘਨ ਪੈਦਾ ਕਰ ਦਿੰਦੇ ਨੇ। ਉਹ ਵਿਘਨ ਤਾਂ ਪੈਦਾ ਕਰ ਸਕਦੇ ਨੇ, ਰਸਤੇ ਤਾਂ ਰੋਕ ਸਕਦੇ ਨੇ, ਪਰ ਮੰਜ਼ਿਲ ਤੇ ਪਹੁੰਚਣ ਤੋਂ ਨਹੀਂ ਹਟਾ ਸਕਦੇ, ਕਿਉਂਕਿ ਮੰਨੈ ਮਾਰਗ ਠਾਕ ਨਾ ਪਾਏ। ਜੈਲਸ ਕਰਨ ਵਾਲੇ, ਨਫ਼ਰਤ ਕਰਨ ਵਾਲੇ, ਨਿੰਦਾ ਕਰਨ ਵਾਲੇ ਇੱਕ ਰਾਹ ਰੋਕਦੇ ਨੇ ਨਾ, ਤੇ ਕੁਦਰਤ ਦਾ ਨਿਜ਼ਮ, ਰੱਬ ਦਾ ਨਿਜ਼ਮ, ਰੱਬ ਉਹਦੇ ਲਈ ਨਵੇਂ 10 ਰਾਹ ਖੋਲ੍ਹ ਦਿੰਦਾ ਹੈ। ਜਿਹੜੇ ਰਾਹ ਦੁਨੀਆ ਨੇ ਬੰਦ ਕੀਤੇ ਹੁੰਦੇ ਨੇ ਬਹੁਤ ਛੋਟੇ ਹੁੰਦੇ ਨੇ, ਜਿਹੜੇ ਰਾਹ ਫਿਰ ਵਾਹਿਗੁਰੂ ਜੀ ਖੋਲ੍ਹਦੇ ਨੇ ਬਹੁਤ ਵੱਡੇ ਹੁੰਦੇ ਨੇ, ਕਿਉਂਕਿ ਜਦੋਂ ਮੰਨਣ ਤੁਰ ਪਿਆ ਨਾ ਉਪਦੇਸ਼ ਨੂੰ, ਫਿਰ ਕੋਈ ਦੁਨੀਆ ਰੋਕ ਨਹੀਂ ਸਕਦੀ, ਰੁਕਾਵਟਾਂ ਖੜੀਆਂ ਕਰ ਸਕਦੀ ਹੈ। ਯਾਦ ਰੱਖਿਓ, ਵਿਘਨ ਪੈਦਾ ਕਰ ਸਕਦੇ ਨੇ ਪਰ ਰੋਕ ਨਹੀਂ ਸਕਦੇ। ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ। ਉਹ ਇੱਜ਼ਤ ਦੇ ਨਾਲ, ਸਤਿਕਾਰ ਦੇ ਨਾਲ, ਸਨਮਾਨ ਦੇ ਨਾਲ ਪ੍ਰਗਟ ਹੋ ਕੇ ਸੰਸਾਰ ਤੋਂ ਜਾਂਦੇ ਨੇ। ਵਿਰੋਧੀ ਦੀ ਜ਼ੁਬਾਨ ਤੇ ਵੀ ਪਿੱਠ ਪਿੱਛੇ ਜਿੰਨਾ ਮਰਜ਼ੀ ਕਹੀ ਜਾਵੇ, ਨਜ਼ਰਾਂ ਮਿਲਾ ਕੇ ਉਹਦੇ ਕੋਲ ਇੱਕ ਵੀ ਗੱਲ ਨਹੀਂ ਹੁੰਦੀ ਕਹਿਣ ਦੀ। ਪਿੱਠ ਪਿੱਛੇ ਕਹਿਣਾ ਬੜਾ ਸੌਖਾ ਹੁੰਦਾ ਹੈ। ਕਿਸੇ ਤੇ ਝੂਠੇ ਲਾਸ਼ਣ ਲਾਉਣੇ ਬੜੇ ਸੌਖੇ ਹੁੰਦੇ ਨੇ, ਕਿਸੇ ਤੇ ਝੂਠੇ ਦੋਸ਼ ਲਾਉਣੇ ਬੜੇ ਸੌਖੇ ਹੁੰਦੇ ਨੇ। ਉਸ ਦੋਸ਼ ਨੂੰ ਪ੍ਰੂਵ ਕਰਨਾ ਬੜਾ ਔਖਾ ਹੁੰਦਾ ਹੈ, ਝੂਠੇ ਇਲਜ਼ਾਮ ਨੂੰ ਪ੍ਰੂਵ ਕਰਨਾ ਬੜਾ ਔਖਾ ਹੁੰਦਾ ਹੈ। ਜਿਹੜਾ ਮੰਨਣ ਤੁਰਦਾ ਨਾ, ਅੰਦਰੋਂ ਸੱਚਾ ਹੁੰਦਾ ਹੈ, ਉਹ ਫਿਰ ਪੱਤ ਦੇ ਨਾਲ, ਸਤਿਕਾਰ ਦੇ ਨਾਲ ਸੰਸਾਰ ਤੋਂ ਜਾਂਦਾ ਹੈ। ਮੰਨੈ ਮਗ ਨਾ ਚੱਲੈ ਪੰਥ, ਉਹ ਉਸ ਰਸਤੇ ਤੇ ਨਹੀਂ ਤੁਰਦੇ ਜਿਹੜੇ ਰਸਤੇ ਤੇ ਮਨਮਤ ਦਾ ਰਸਤਾ ਹੈ, ਕਰਮਕਾਂਡ ਦੇ ਰਸਤੇ ਤੇ ਨਹੀਂ ਤੁਰਦੇ, ਕਿਉਂਕਿ ਮੰਨੈ ਧਰਮ ਸੇਤੀ ਸੰਬੰਧ, ਉਹਨਾਂ ਦਾ ਧਰਮ ਦੇ ਨਾਲ ਵਾਹ ਵਾਸਤਾ ਹੁੰਦਾ ਹੈ। ਉਹ ਧਰਮ ਦੇ ਮਾਰਗ ਤੇ ਤੁਰਦੇ ਨੇ। ਸੰਤ ਕਾ ਮਾਰਗ ਧਰਮ ਕੀ ਪੌੜੀ, ਗੁਰਬਾਣੀ ਦੀਆਂ ਸਿੱਖਿਆਵਾਂ ਅਨੁਸਾਰ ਫੈਸਲੇ ਲੈਂਦੇ ਨੇ। ਉਹ ਇਤਿਹਾਸ ਦੀ ਰੋਸ਼ਨੀ ਵਿੱਚ, ਗੁਰੂ ਸਾਹਿਬ ਦੇ ਇਤਿਹਾਸ ਵਿੱਚ, ਗੁਰਸਿੱਖਾਂ ਦੇ ਇਤਿਹਾਸ ਵਿੱਚ, ਖਾਲਸੇ ਦੇ ਇਤਿਹਾਸ ਵਿੱਚ ਜਿਤਨੇ ਵਰਤਾਰੇ ਵਰਤੇ ਨੇ ਨਾ, ਉਹਨਾਂ ਵਿੱਚੋਂ ਸਿੱਖਿਆ ਲੈਂਦੇ ਨੇ, ਉਸ ਅਨੁਸਾਰ ਫੈਸਲੇ ਲੈਂਦੇ ਨੇ। ਉਹਨਾਂ ਦਾ ਅੰਦਰੋਂ ਸੰਬੰਧ ਧਰਮ ਨਾਲ ਹੁੰਦਾ, ਮਨਮਤ ਨਾਲ ਨਹੀਂ, ਕਰਮਕਾਂਡ ਨਾਲ ਨਹੀਂ, ਕਿਉਂਕਿ ਉਹਨਾਂ ਨੂੰ ਮੰਨਣਾ ਹੁੰਦਾ ਹੈ, ਗੁਰੂ ਦੇ ਉਪਦੇਸ਼ ਨੂੰ ਮੰਨਦੇ ਨੇ। ਐਸਾ ਨਾਮ ਨਿਰੰਜਨ ਹੋਏ, ਇਹ ਗਿਆਨ ਰੂਪੀ ਨਾਮ, ਰੱਬੀ ਉਪਦੇਸ਼ ਗੁਰਬਾਣੀ ਐਸਾ ਗਿਆਨ ਰੂਪੀ ਨਾਮ ਹੈ ਜਿਹੜਾ ਕਦੀ ਮੈਲਾ ਨਹੀਂ ਹੁੰਦਾ। ਜੇ ਕੋ ਮਨ ਜਾਣੈ ਮਨ ਕੋਏ, ਵੀ ਮੰਨ ਕੇ ਤਾਂ ਦੇਖੇ, ਮਨ ਪ੍ਰੈਕਟੀਕਲ ਜਿਉਂ ਕੇ ਦੇਖੇ। ਮੰਨੈ ਪਾਵੈ ਮੋਖ ਦੁਆਰ, ਮੋਖ ਮੁਕਤੀ ਆਦਤਾਂ ਦੇ ਵਿੱਚ ਮਨੁੱਖ ਜਕੜਿਆ ਹੋਇਆ। ਨਿੰਦਕ ਨਿੰਦਾ ਦੀ ਆਦਤ ਵਿੱਚ ਫਸਿਆ ਹੋਇਆ, ਨਿੰਦਾ ਦੇ ਸੁਭਾਅ ਦੀ ਕੈਦ ਵਿੱਚ ਜਿਉਂ ਰਿਹਾ। ਜੈਲਸ ਕਰਨ ਵਾਲਾ, ਨਫ਼ਰਤ ਕਰਨ ਵਾਲਾ ਨਫ਼ਰਤ ਦੀ ਕੈਦ ਵਿੱਚ ਜਿਉਂ ਰਿਹਾ, ਇਸ ਆਦਤ ਦੀ ਕੈਦ ਵਿੱਚ ਜਿਉਂ ਰਿਹਾ। ਲੱਖ ਯਤਨ ਕਰੇ, ਉਹਦੀ ਆਦਤ ਦੀ ਕੈਦ ਟੁੱਟਦੀ ਨਹੀਂ, ਉਹਨੂੰ ਮੁਕਤੀ ਨਹੀਂ ਮਿਲ ਰਹੀ, ਕਿਉਂਕਿ ਮੰਨ ਨਹੀਂ ਰਿਹਾ। ਆਖੋ ਵਾਹਿਗੁਰੂ। ਲੋਭ ਲਾਲਚ ਵਿੱਚ ਜਿਹੜਾ ਬੰਦਾ ਗਲਤ ਤਰੀਕੇ ਨਾਲ ਪੈਸੇ ਕਮਾਉਂਦਾ ਹੈ, ਉਹ ਦੂਸਰੇ ਨੂੰ ਨੀਵਾਂ ਦਿਖਾਉਣ ਵਾਸਤੇ ਗਲਤ ਤਰੀਕੇ ਵਰਤਦਾ ਹੈ, ਕਿਉਂਕਿ ਮੰਨਦਾ ਨਹੀਂ ਗੁਰਬਾਣੀ ਦੀ। ਭਾਵੇਂ ਉਹ ਕਹੀ ਜਾਵੇ ਮੈਂ ਸੇਵਾ ਕਰਦਾ, ਮੈਂ ਸੰਗਤ ਕਰਦਾ, ਮੈਂ ਬਾਣੀ ਪੜ੍ਹਦਾ, ਮੈਂ ਸਿਮਰਨ ਕਰਦਾ, ਕਹੀ ਜਾਵੇ, ਅੰਦਰੋਂ ਤਾਂ ਬੁਰੀਆਂ ਆਦਤਾਂ ਦੀ ਕੈਦ ਵਿੱਚ ਫਸਿਆ ਹੋਇਆ। ਇਹ ਜਿਹੜੀ ਕੈਦ ਤੋਂ ਮੁਕਤੀ ਕਿਵੇਂ ਮਿਲੇਗੀ? ਮੰਨੈ ਪਾਵੈ ਮੋਖ ਦੁਆਰ। ਇਹ ਦੁਆਰਾ ਹੁੰਦਾ ਸੋਝੀ, ਪਤਾ ਲੱਗ ਜਾਏਗਾ ਇਹਨਾਂ ਆਦਤਾਂ ਵਿੱਚ ਕੁਛ ਨਹੀਂ ਪਿਆ, ਬੇਈਮਾਨੀ ਨਾਲ ਪੈਸੇ ਕਮਾਉਣ ਵਿੱਚ ਕੁਛ ਨਹੀਂ ਪਿਆ। ਬਹੁਤ ਕੁਛ ਗਵਾ ਲਏਗਾ ਤੂੰ ਆਪਣੇ ਜੀਵਨ ਵਿੱਚ, ਆਪਣੇ ਘਰ ਵਿੱਚ। ਕਿਸੇ ਦੀ ਨਿੰਦਾ ਕਰਨ ਵਿੱਚ, ਨਫ਼ਰਤ ਕਰ ਕਰਕੇ, ਜੈਲਸ ਹੋ ਕੇ ਆਪਣਾ ਆਪ ਗਵਾ ਲਏਗਾ, ਆਪਣੇ ਘਰ ਵਿੱਚ ਨੁਕਸਾਨ ਕਰ ਲਏਗਾ, ਆਪਣੇ ਬੱਚਿਆਂ ਵਿੱਚ ਨੁਕਸਾਨ ਕਰ ਲਏਗਾ। ਜਦੋਂ ਸੋਝੀ ਆ ਗਈ ਨਾ, ਜਿਉਂ-ਜਿਉਂ ਮੰਨੇਗਾ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ, ਸੋਝੀ ਆਉਂਦੀ ਹੈ, ਫਿਰ ਇਹ ਆਦਤ ਦੀ ਕੈਦ ਤੋਂ ਮੁਕਤ ਹੋਣ ਦੀ ਯੋਗਤਾ ਆ ਜਾਂਦੀ। ਮੰਨੈ ਪਾਵੈ ਮੁਕਤ ਦੁਆਰ।
ਮੰਨੈ ਪਾਵੈ ਮੋਖ ਦੁਆਰ। ਮੰਨੈ ਪਰਵਾਰੈ ਸਾਧਾਰ। ਮਨ ਦਾ ਪਰਿਵਾਰ ਹੈ ਅੱਖਾਂ, ਕੰਨ, ਜ਼ੁਬਾਨ, ਗਿਆਨ ਇੰਦਰੇ, ਕਰਮ ਇੰਦਰੇ। ਇਹ ਮਨ ਦਾ ਪਰਿਵਾਰ ਹੈ। ਫਿਰ ਇਹਨੂੰ ਚੰਗਾ ਪਰਿਵਾਰ ਮਿਲ ਜਾਂਦਾ ਹੈ। ਪਹਿਲਾਂ ਇਹ ਹੰਕਾਰ ਨੂੰ, ਲੋਭ ਨੂੰ, ਜੈਲਸ ਨੂੰ, ਨਿੰਦਾ ਨੂੰ ਆਪਣੇ ਸਾਥੀ ਪਰਿਵਾਰ ਬਣਾਈ ਬੈਠਾ ਮਨ। ਫਿਰ ਇਹ ਮਨ ਗੁਣਾਂ ਨੂੰ ਪਰਿਵਾਰ ਬਣਾ ਲੈਂਦਾ ਹੈ ਤੇ ਗੁਰੂ ਦੀਆਂ ਸਿੱਖਿਆਵਾਂ ਦਾ ਪਰਿਵਾਰ ਬਣ ਜਾਂਦਾ ਹੈ। ਮਨ ਦਾ ਪਰਿਵਾਰ ਬਣ ਜਾਂਦਾ ਹੈ। ਸਿੱਖਿਆਵਾਂ, ਗੁਰਮਤ, ਗੁਰਬਾਣੀ, ਗੁਰਸਿੱਖੀ ਚੰਗੀ ਲੱਗਣ ਲੱਗ ਜਾਂਦੀ ਹੈ। ਮਨ ਇਸ ਪਰਿਵਾਰ ਦੇ ਵਿੱਚ ਸਿੱਧੇ ਪਾਸੇ ਤੁਰ ਪੈਂਦਾ ਹੈ। ਇੰਪਰੂਵਮੈਂਟ ਹੋ ਜਾਂਦੀ ਹੈ। ਮੰਨੈ, ਤਰੈ, ਤਾਰੇ, ਗੁਰਸਿੱਖ ਇਹ ਆਪ ਵਿਕਾਰਾਂ ਵਿੱਚ ਡੁੱਬਣ ਤੋਂ ਬਚਦਾ ਹੈ, ਭਾਵ ਵਿਕਾਰਾਂ ਨੂੰ ਮੈਨੇਜ ਕਰਦਾ ਹੈ। ਇਹਨੂੰ ਈਗੋ ਮੈਨੇਜ ਕਰਨੀ ਆ ਜਾਂਦੀ ਹੈ। ਇਹਨੂੰ ਜੈਲਸ, ਨਫ਼ਰਤ, ਹੇਟ ਮੈਨੇਜ ਕਰਨੀ ਆ ਜਾਂਦੀ ਹੈ। ਇਸ ਨੂੰ ਆਪਣੀ ਜ਼ਿੰਦਗੀ ਦੇ ਫੈਸਲੇ ਮੈਨੇਜ ਕਰਨੇ ਆ ਜਾਂਦੇ ਨੇ, ਜੀਵਨ ਮੈਨੇਜ ਕਰਨਾ ਆ ਜਾਂਦਾ ਹੈ। ਤਰੈ, ਫਿਰ ਇਹ ਪਰਉਪਕਾਰ ਕਰਦਾ ਹੈ, ਦੂਸਰਿਆਂ ਨੂੰ ਵੰਡਦਾ ਹੈ। ਤਾਰਾ ਹੈ, ਗੁਰਬਾਣੀ ਦੀਆਂ ਸਿੱਖਿਆਵਾਂ, ਗੁਰ ਸਰੂਪ ਨੂੰ ਆਪਣੇ ਅੰਦਰ ਰੱਖਦਾ ਹੈ। ਗੁਰਬਾਣੀ ਦੀਆਂ ਸਿੱਖਿਆਵਾਂ ਦਾ ਸਿੱਖ ਬਣ ਜਾਂਦਾ ਹੈ। ਆਪ ਸਿੱਖਦਾ, ਦੂਜਿਆਂ ਨੂੰ ਸਿਖਾਉਂਦਾ ਹੈ। ਮੰਨੈ ਨਾਨਕ ਭਵੈ ਨਾ ਭਿਖ। ਫਿਰ ਇਹ ਵਿਕਾਰਾਂ ਦੀ, ਰਸ ਦੀ, ਭਿਖਿਆ ਦੇ ਭਟਕਣਾ ਵਿੱਚ ਨਹੀਂ ਪੈਂਦਾ। ਮਨ ਫਿਰ ਕੂੜ ਦੇ ਰਸਾਂ ਦੀ ਭੀਖ ਨਹੀਂ ਮੰਗਦਾ। ਐਸਾ ਨਾਮ ਨਿਰੰਜਨ ਹੋਏ, ਰੱਬੀ ਉਪਦੇਸ਼ ਗੁਰਬਾਣੀ ਐਸਾ ਗਿਆਨ ਰੂਪੀ ਨਾਮ ਹੈ। ਨਿਰੰਜਨ, ਕਦੀ ਮੈਲਾ ਨਹੀਂ ਹੁੰਦਾ, ਪਵਿੱਤਰ ਹੈ। ਜੇ ਕੋ ਮਨ ਜਾਣੈ ਮਨ ਕੋਏ, ਕੋਈ ਮਨ ਮੰਨ ਕੇ ਤਾਂ ਦੇਖੇ। ਇਹ ਚਾਰਾਂ ਪਦਿਆਂ ਵਿੱਚ ਜੇ ਕੋ ਮਨ ਜਾਣੈ ਮਨ ਕੋਏ, ਪਹਿਲਾ ਟਿੱਪੀ ਨਾਲ ਮਨ, ਮੰਨਣਾ, ਮਨ, ਕੋਈ ਮਨ ਮੰਨ ਕੇ ਤਾਂ ਦੇਖੇ, ਪ੍ਰੈਕਟੀਕਲ ਜਿਉਂ ਕੇ ਤਾਂ ਦੇਖੇ। ਪਿਆਰਿਓ, ਜਿਨ੍ਹਾਂ ਨੂੰ ਸਿੱਖੀ ਸਰੂਪ ਚੰਗਾ ਨਹੀਂ ਲੱਗਦਾ, ਪ੍ਰੈਕਟੀਕਲ ਸਿੱਖੀ ਸਰੂਪ ਵਿੱਚ ਆ ਕੇ ਤਾਂ ਦੇਖੋ। ਤੁਹਾਨੂੰ ਇੱਕ ਪ੍ਰਾਊਡ ਫੀਲ ਹੋਏਗਾ, ਇੱਕ ਫਖਰ ਮਹਿਸੂਸ ਹੋਏਗਾ, ਇੱਕ ਸ਼ੁਕਰਾਨਾ ਮਹਿਸੂਸ ਹੋਏਗਾ, ਗੁਰੂ ਨੇ ਆਪਣਾ ਸਰੂਪ ਦੇ ਦਿੱਤਾ। ਜਿਹੜੇ ਆਪ ਪਾਠ ਨਹੀਂ ਕਰਦੇ ਉਹ ਪਾਠ ਕਰਕੇ ਤਾਂ ਦੇਖਣ, ਅੰਦਰੋਂ ਇੱਕ ਸੰਤੁਸ਼ਟੀ ਮਿਲੇਗੀ। ਗੁਰਮਤਿ ਦੇ ਮਾਰਗ ਤੇ ਜਿਉਂ ਕੇ ਦੇਖੋ, ਕਰਮਕਾਂਡ ਤੋਂ ਉੱਠੋ। ਮੁੱਲ ਦੇ ਪਾਠ ਕਰਨੇ, ਮੁੱਲ ਦੇ ਪਾਠ ਕਰਵਾਉਣੇ, ਇਹ ਤੋਂ ਉੱਪਰ ਉੱਠੋ, ਆਪ ਪਾਠ ਕਰੋ। ਮੁੱਲ ਦੀਆਂ ਅਰਦਾਸਾਂ ਕਰਾਉਣੀਆਂ ਛੱਡੋ, ਆਪ ਅਰਦਾਸ ਕਰੋ। ਸਿੱਖੀ ਦਾਨ ਮੰਗੋ, ਰਹਿਤ ਦਾਨ ਮੰਗੋ, ਵਿਵੇਕ ਦਾਨ ਮੰਗੋ, ਅਰਦਾਸ ਵਾਲੀਆਂ 7 ਮੰਗਾਂ ਮੰਗੋ। ਪ੍ਰੈਕਟੀਕਲ ਰੂਪ ਵਿੱਚ ਜਿਉਣਾ ਮੰਨਣ ਤੋਂ ਸ਼ੁਰੂ ਹੋਏਗਾ। ਜਿਹੜਾ ਮੰਨਦਾ ਹੈ ਨਾ, ਜਿਉਂ-ਜਿਉਂ ਸਿੱਖਿਆਵਾਂ ਨੂੰ ਮੰਨਦਾ ਹੈ, ਗੁਰੂ ਦੀਆਂ ਨਜ਼ਰਾਂ 'ਚ ਪੰਚ ਬਣਦਾ ਹੈ। ਪੰਜ ਭਾਵ ਸ਼੍ਰੋਮਣੀ, ਆਈਡੀਅਲ, ਗੁਰਮੁਖ ਸਿੱਖ, ਗੁਰਸਿੱਖ ਰੂਹ, ਪੰਜ ਪਰਵਾਨ, ਪੰਜ ਪ੍ਰਧਾਨ। ਗੁਰਮੁਖ ਸੁਭਾਅ ਬਣੇਗਾ ਨਾ, ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਮੰਨੇਗਾ, ਕਰਮ ਕਾਂਡ ਤੋਂ ਉੱਪਰ ਉੱਠੇਗਾ, ਵਿਕਾਰਾਂ ਦੇ ਰਸਾਂ ਤੋਂ ਉੱਪਰ ਉੱਠ ਕੇ ਸਿੱਖੀ ਦੇ ਰਸ ਵਿੱਚ ਜਿਵੇਂਗਾ, ਇੱਕ ਚੰਗਾ ਇਨਸਾਨ ਬਣੇਗਾ, ਰੱਬ ਦੀਆਂ ਨਜ਼ਰਾਂ 'ਚ ਪ੍ਰਵਾਨ ਹੋ ਜਾਏਗਾ। ਪੰਜ ਪ੍ਰਧਾਨ, ਪ੍ਰਧਾਨ ਹੁੰਦਾ ਮੁਖੀ, ਆਈਡੀਅਲ, ਜਿਹਨੂੰ ਦੇਖ ਕੇ ਦੁਨੀਆ ਸਿੱਖਦੀ ਹੋਵੇ, ਦੁਨੀਆ ਵੀ ਕਹਿੰਦੀ ਹੋਵੇ ਮੇਰਾ ਵੀ ਬੱਚਾ ਇਹਦੇ ਵਾਂਗੂ ਚੰਗੇ ਕੰਮ ਕਰੇ, ਹੁੰਦਾ ਪ੍ਰਧਾਨ। ਪੰਚੇ ਪਾਵਹਿ ਦਰਗਹਿ ਮਾਨ, ਆ ਸਾਰਾ ਯੂਨੀਵਰਸ ਰੱਬ ਦੀ ਦਰਗਾਹ ਹੈ। ਇਸ ਦਰਗਾਹ ਵਿੱਚ ਫਿਰ ਮਾਨ ਸਨਮਾਨ ਮਿਲਦਾ ਗੁਰੂ ਦੀਆਂ ਨਜ਼ਰਾਂ ਵਿੱਚ। ਜਿਹਨੂੰ ਗੁਰੂ ਦੀਆਂ ਨਜ਼ਰਾਂ ਵਿੱਚ ਸਨਮਾਨ ਸਤਿਕਾਰ ਮਿਲ ਜਾਵੇ ਨਾ, ਦੁਨੀਆ ਲੱਖ ਉਸ ਸਨਮਾਨ ਨੂੰ ਠੇਸ ਮਾਰਨ ਦੀ ਕੋਸ਼ਿਸ਼ ਕਰੇ, ਦੁਨੀਆ ਲੱਖ ਉਸ ਸਤਿਕਾਰ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰੇ। ਇੱਕ ਦਿਨ ਵਿਰੋਧ ਕਰਨ ਵਾਲੇ, ਨਫ਼ਰਤ ਕਰਨ ਵਾਲੇ ਪਛਤਾਉਂਦੇ ਨੇ, ਕਿਉਂਕਿ ਇੱਕ ਕਲੰਕ ਲੱਗ ਜਾਂਦਾ ਹੈ ਕਿ ਇਹਨਾਂ ਨੇ ਚੰਗੇ ਕੰਮਾਂ ਦਾ ਵਿਰੋਧ ਕੀਤਾ। ਜ਼ਿੰਦਗੀ ਦੇ ਵਿੱਚ ਇੱਕ ਉਹ ਕਲੰਕ ਲੱਗ ਜਾਂਦਾ ਜਿਹੜਾ ਧੋਤਾ ਹੀ ਨਹੀਂ ਜਾ ਸਕਦਾ, ਓਏ ਇਹਨਾਂ ਨੇ ਪਰਉਪਕਾਰ ਕਰਨ ਵਾਲੇ ਦਾ ਵਿਰੋਧ ਕੀਤਾ। ਇਹ ਕਿਉਂ ਕਲੰਕ ਲੱਗ ਜਾਂਦਾ ਹੈ? ਕਿਉਂਕਿ ਜਿਹੜਾ ਜੀਵਨ ਰੱਬ ਨੂੰ ਪ੍ਰਵਾਨ ਹੁੰਦਾ ਹੈ, ਜਿਹੜੇ ਕਰਮ ਗੁਰੂ ਨੂੰ ਪ੍ਰਵਾਨ ਹੁੰਦੇ ਨੇ, ਉਹਨਾਂ ਦਾ ਵਿਰੋਧ ਕੀਤਾ ਹੁੰਦਾ ਹੈ। ਪਰ ਜਿਨ੍ਹਾਂ ਨੇ ਇਹ ਵਿਰੋਧ ਝੱਲਿਆ ਹੁੰਦਾ ਹੈ, ਜਿਹੜੇ ਉਹਦੇ ਬਾਵਜੂਦ ਵੀ ਪਰਉਪਕਾਰ ਤੇ ਤੁਰਦੇ ਨੇ, ਦਰਗਹਿ ਪਾਵੈ ਮਾਨ, ਵਾਹਿਗੁਰੂ ਦੀਆਂ ਨਜ਼ਰਾਂ ਵਿੱਚ ਸਮਾਨ ਸਨਮਾਨ ਪਾਉਂਦੇ ਨੇ, ਬਖਸ਼ਿਸ਼ ਮਿਲਦੀ ਹੈ। ਪੰਚੇ ਸੋਹੈ ਦਰ ਰਾਜਾਨ, ਰਾਜਿਆਂ ਦੇ ਦਰਬਾਰ ਵਿੱਚ ਵੀ ਸ਼ੋਭਾ ਪਾਉਂਦੇ ਨੇ। ਕਿਸੇ ਅਫੀਸਰ ਨੂੰ ਮਿਲਦੇ ਨੇ, ਕਿਸੇ ਮੰਤਰੀ ਨੂੰ ਮਿਲਦੇ ਨੇ, ਪ੍ਰਧਾਨ ਮੰਤਰੀ ਨੂੰ ਮਿਲਦੇ ਨੇ, ਕਿਸੇ ਅਮੀਰ ਨੂੰ ਮਿਲਦੇ ਨੇ, ਕਹਿੰਦਾ ਬੜਾ ਆਨੰਦ ਆਇਆ।
ਤੁਹਾਡੀਆਂ ਵਿਚਾਰਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਮਨ ਪਾਉਂਦੇ ਨੇ। ਪੰਚਾਂ ਕਾ ਗੁਰ ਏਕ ਧਿਆਨ, ਕਿਉਂਕਿ ਐਸਾ ਜਿਹੜਾ ਜੀਵਨ ਹੈ ਨਾ, ਗੁਰਮੁਖ ਜੀਵਨ, ਪੰਚ ਦੇ ਅਰਥ ਹੈ ਗੁਰਮੁਖ ਜੀਵਨ, ਗੁਰਸਿੱਖ ਰੂਹਾਂ। ਗੁਰਬਾਣੀ ਦੀਆਂ ਸਿੱਖਿਆਵਾਂ ਅਨੁਸਾਰ ਚੱਲਣ ਵਾਲਾ ਗੁਰਮਤਿ ਦੇ ਮਾਰਗ ਦਾ ਪਾਂਧੀ, ਉਹਦਾ ਧਿਆਨ ਕੇਵਲ ਗੁਰ ਸਰੂਪ ਵੱਲ ਹੁੰਦਾ ਹੈ, ਭਾਵ ਗੁਰੂ ਦੀ ਸਿੱਖਿਆ ਵੱਲ ਹੁੰਦਾ ਹੈ। ਜਿੱਥੇ ਗੁਰ ਸ਼ਬਦ ਆਉਂਦਾ ਨਾ, ਇਹਦਾ ਮਤਲਬ ਗੁਰੂ ਦਾ ਉਪਦੇਸ਼, ਗੁਰੂ ਦੀ ਸਿੱਖਿਆ, ਇਹਨੇ ਮੱਤ ਵਿੱਚ ਬੈਠਣਾ। ਗੁਰ ਮੇਰਾ ਸੰਗ ਸਦਾ ਹੈ ਨਾਲੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਲਕੀ 'ਚ ਹੀ ਰਹਿੰਦੇ ਨੇ, ਫਿਰ ਉਹ ਸੱਚਖੰਡ ਚਲੇ ਜਾਂਦੇ ਨੇ, ਰਾਤ ਨੂੰ ਸੱਚਖੰਡ ਵਿੱਚ ਰਹਿੰਦੇ ਨੇ, ਫਿਰ ਉਹ ਸਵੇਰੇ ਆ ਕੇ ਫਿਰ ਪਾਲਕੀ ਸੁਸ਼ੋਭਿਤ ਹੋ ਜਾਂਦੇ ਨੇ। ਅਸੀਂ ਗੁਰੂ ਸਾਹਿਬ ਦੇ ਕੋਲ ਜਾਂਦੇ ਹਾਂ, ਦਰਸ਼ਨ ਕਰਦੇ ਹਾਂ, ਸੰਗਤ ਕਰਦੇ ਹਾਂ, ਵਾਪਸ ਆ ਜਾਂਦੇ ਹਾਂ। ਪਰ ਜਿਹੜਾ ਗੁਰ ਸਰੂਪ ਹੈ ਨਾ, ਸਿੱਖਿਆ ਹੈ, ਮੱਤ ਵਿੱਚ ਬੈਠ ਜਾਂਦੀ, ਗੁਰ ਮੇਰਾ ਸੰਗ ਸਦਾ ਹੈ ਨਾਲੇ। ਇਸ ਗੁਰ ਸਰੂਪ ਵੱਲ ਉਹਨਾਂ ਦਾ ਧਿਆਨ ਰਹਿੰਦਾ, ਭਾਵ ਮੇਰੇ ਗੁਰੂ ਦਾ ਉਪਦੇਸ਼ ਕੀ ਹੈ, ਮੈਂ ਕਿਹੜਾ ਫੈਸਲਾ ਲਵਾਂ ਜਿਹੜਾ ਮੇਰੇ ਗੁਰੂ ਨੂੰ ਚੰਗਾ ਲੱਗਦਾ ਹੈ। ਜੇ ਕੋ ਕਹਿ ਕਰੈ ਵਿਚਾਰ, ਜੇ ਕੋਈ ਉਂਝ ਫੋਕੀਆਂ ਵਿਚਾਰਾਂ ਕਰੇ ਨਾ, ਆਪ ਤੁਰਿਆ ਨਹੀਂ, ਆਪ ਕਦੀ ਕੀਤਾ ਨਹੀਂ, ਕੱਲੀਆਂ ਵਿਚਾਰਾਂ ਕਰੇ, ਕਰਤੇ ਕਹਿ ਕਰਨਾ ਨਾਹੀਂ ਸ਼ੁਮਾਰ, ਇਹ ਕੱਲੀਆਂ ਵਿਚਾਰਾਂ ਨਾਲ ਪਿਆਰੇ ਕੁਛ ਨਹੀਂ ਸਮਝ ਲੱਗੇਗੀ, ਕਿਉਂਕਿ ਉਹ ਤੇ ਬੇਅੰਤ ਹੈ ਵਾਹਿਗੁਰੂ ਜੀ। ਉਹਦੀ ਕਿਰਤ ਦਾ ਵੀ ਨਹੀਂ ਭੇਦ ਪਾ ਸਕਦੇ ਅਸੀਂ, ਕੁਦਰਤ ਦਾ ਵੀ ਨਹੀਂ ਭੇਦ ਪਾ ਸਕਦੇ। ਦੇਖਿਆ ਜਾਵੇ ਤਾਂ ਸਮੁੰਦਰ ਦਾ ਭੇਦ ਨਹੀਂ ਪੂਰਾ ਪਾਇਆ ਗਿਆ, ਆਕਾਸ਼ ਦਾ ਪੂਰਾ ਭੇਦ ਨਹੀਂ ਪਾਇਆ ਗਿਆ, ਇਹਦਾ ਪੂਰਾ ਭੇਦ ਨਹੀਂ ਹਲੇ ਮਿਲਿਆ, ਯੂਨੀਵਰਸ ਦਾ ਭੇਦ ਨਹੀਂ ਮਿਲਿਆ, ਉਹਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਦੁਨੀਆ ਤੇ ਇੱਕ ਮਨੌਤ ਸੀ, ਸਤਿਗੁਰੂ ਉਹਦਾ ਵੀ ਖੰਡਨ ਅਗਲੀਆਂ ਪੰਕਤੀਆਂ 'ਚ ਕਰ ਰਹੇ ਨੇ। ਉਹ ਇੱਕ ਐਸਾ ਮੰਨਣਾ ਸੀ ਲੋਕਾਂ ਦਾ, ਕਿਉਂਕਿ ਜਦੋਂ ਕੋਈ ਕਹਿ ਦਿੰਦਾ ਹੈ, ਕੋਈ ਸਿਆਣਾ ਕਹਿ ਦਿੰਦਾ, ਜਿਹਨੂੰ ਲੋਕ ਸਾਰੇ ਮੰਨਦੇ ਨੇ, ਉਹ ਕਹਿ ਦਿੰਦਾ ਤੇ ਸਾਰੇ ਉਹਦੀ ਗੱਲ ਮੰਨ ਲੈਂਦੇ ਨੇ। ਤੇ ਜਦੋਂ ਸਾਰੇ ਮੰਨ ਲੈਂਦੇ ਨੇ, ਉਹਨੂੰ ਕਹਿੰਦੇ ਨੇ ਮਨੌਤ। ਇਹ ਮਨੌਤ ਸੀ ਕਿ ਧਰਤੀ ਦੇ ਹੇਠਾਂ ਕੋਈ ਧੌਲਾ ਬਲਦ ਖੜਾ ਹੈ, ਉਹਨੇ ਦੋ ਸਿੰਘਾਂ ਤੇ ਧਰਤੀ ਚੁੱਕੀ ਹੋਈ ਹੈ, ਜਦੋਂ ਸਿੰਘ ਤੋਂ ਦੂਸਰੇ ਤੇ ਕਰਦਾ ਤੇ ਭੁਚਾਲ ਆ ਜਾਂਦਾ। ਐਸੀਆਂ ਭਾਵਨਾਵਾਂ ਸੀ। ਸਤਿਗੁਰੂ ਕਹਿੰਦੇ ਨਹੀਂ, ਐਸਾ ਕੁਛ ਵੀ ਨਹੀਂ। ਧੌਲ ਧਰਮ ਦਇਆ ਕਾ ਪੂਤ, ਅਸਲੀ ਧੌਲ ਕੀ ਹੈ? ਧਰਮ ਹੈ। ਧਰਮ ਰੱਬ ਦਾ ਨਿਜ਼ਮ ਹੈ, ਰੱਬੀ ਉਪਦੇਸ਼ ਹੈ, ਉਹਦੇ ਆਸਰੇ ਹੀ ਇਹ ਦੁਨੀਆ ਚੱਲ ਰਹੀ ਹੈ, ਰੱਬ ਦੇ ਨਿਜ਼ਮ ਆਸਰੇ। ਦਇਆ ਕਾ ਪੂਤ, ਰੱਬ ਨੇ ਦਇਆ ਕੀਤੀ ਹੈ ਸਾਡੇ ਤੇ, ਤਰਸ ਕੀਤਾ ਹੈ, ਉਹਨੇ ਆ ਸਾਰਾ ਨਿਜ਼ਮ ਬਣਾ ਦਿੱਤਾ ਹੈ, ਪ੍ਰੋਸੈਸ ਬਣਾ ਦਿੱਤਾ, ਜਿਹਨੂੰ ਹੁਕਮ ਕਿਹਾ, ਪਿੱਛੇ ਵਿਆਖਿਆ ਆਈ। ਸੰਤੋਖ ਥਾਪ ਰੱਖਿਆ ਜਿਨ ਸੂਤ, ਤੇ ਉਹਨੇ ਇੱਕ ਸੰਤੁਸ਼ਟੀ ਕਰ ਦਿੱਤੀ ਹੈ ਉਸ ਵਿੱਚ। ਦੁਨੀਆ ਉਸ ਨਿਜ਼ਮ ਵਿੱਚ ਚੱਲ ਰਹੀ ਹੈ। ਜਿਹਨੇ ਆਪਣੇ ਅੰਦਰ ਸੈਟਿਸਫੈਕਸ਼ਨ ਪੈਦਾ ਕਰ ਲਈ, ਸ਼ੁਕਰਾਨਾ, ਸਬਰ, ਸੰਤੋਖ ਪੈਦਾ ਕਰ ਲਿਆ, ਉਹ ਇਸ ਨੂੰ ਸਮਝਣ ਤੁਰ ਪਵੇਗਾ। ਜੇ ਕੋ ਬੁਝੈ ਹੋਵੈ ਸਚਿਆਰ, ਜਿੰਨਾ ਇਸ ਨੂੰ ਸਮਝੇਗਾ, ਉਹਦੇ ਨਿਜ਼ਮ ਨੂੰ ਫੋਲੋ ਕਰੇਗਾ, ਸਚਿਆਰਾ ਜੀਵਨ ਬਣੇਗਾ, ਗੁਣਾ ਵਾਲਾ ਬਣੇਗਾ, ਪਰਉਪਕਾਰੀ ਬਣੇਗਾ। ਧਵਲਾ ਉੱਪਰ ਕੀਤਾ ਭਾਰ, ਜਿਹੜਾ ਤੁਸੀਂ ਧੌਲਾ ਬਲਦ ਕਹਿੰਦੇ ਹੋ, ਸਤਿਗੁਰੂ ਕਹਿੰਦੇ ਕਾਹਦੇ ਤੇ ਖੜਾ ਹੈ? ਜੇ ਤੁਸੀਂ ਕਹਿੰਦੇ ਧਰਤੀ ਤੇ ਖੜਾ ਹੈ, ਤੇ ਫਿਰ ਉਹ ਕਿਸ ਤੇ ਖੜਾ ਹੈ? ਫਿਰ ਕਹਿੰਦੇ ਫਿਰ ਉਹ ਤਾਂ ਧੌਲੇ ਬਲਦ ਤੇ ਖੜੀ ਹੈ। ਇੱਦਾਂ ਫਿਰ ਕਿੱਡਾ ਵੱਡਾ ਭਾਰ ਹੈ ਉਹਦੇ ਤੇ। ਇਹ ਐਵੇਂ ਮਨੌਤ ਹੈ, ਅਸਲੀਅਤ ਨਹੀਂ ਹੈ। ਧਰਤੀ ਹੋਰ, ਪਰ ਹੈ ਹੋਰ। ਇੱਦਾਂ ਤੇ ਫਿਰ ਜਿਹੜਾ ਧੌਲਾ ਬਲਦ ਹੈ ਉਹ ਕਿਸੇ ਹੋਰ ਧਰਤੀ ਤੇ ਖੜਾ, ਉਹਦੇ ਹੇਠਾਂ ਕੋਈ ਹੋਰ ਧੌਲਾ ਬਲਦ ਹੈ, ਇਹ ਤੇ ਪਰੇ ਦੀ ਪਰੇ ਗੱਲ ਚੱਲੇਗੀ। ਇਹ ਇੱਕ ਮਨੌਤ ਸੀ, ਇਹ ਅਸਲੀਅਤ ਨਹੀਂ ਸੀ। ਜੀਏ ਜਾਤ ਰੰਗਾਂ ਕੇ ਨਾਮ, ਅਸਲੀ ਕੀ ਹੈ? ਰੱਬ ਦਾ ਇੱਕ ਨਿਜ਼ਮ ਹੈ, ਉਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਰੰਗ, ਵੱਖ-ਵੱਖ ਤਰ੍ਹਾਂ ਦੀ ਕੈਟੇਗਰੀਜ਼, ਵੱਖ-ਵੱਖ ਜੀਵ ਜੰਤ ਪੈਦਾ ਕੀਤੇ। ਸਭਨਾ ਲਿਖਿਆ ਬੁੜੀ ਕਲਾਮ, ਅੰਦਰ ਸੁਭਾਅ ਲਿਖ ਦਿੱਤਾ, ਸੋਚ ਲਿਖ ਦਿੱਤੀ। ਸੋਚ ਸੁਭਾਅ ਦੇ ਵਿੱਚੋਂ ਦੁੱਖ ਤੇ ਸੁੱਖ, ਭਟਕਣਾ, ਬਖਸ਼ਿਸ਼ ਇਹ ਮਿਲਦੀ ਹੈ। ਇੱਕ ਕਲਮ ਲਿਖ ਦਿੱਤੀ, ਇਹ ਲੇਖਾ ਲਿਖ ਜਾਣਾ ਕੋਏ, ਇਹ ਲੇਖਾ ਜਿਹੜਾ ਹੈ ਅੰਦਰ ਸੋਚ ਸੁਭਾਅ ਦਾ ਲਿਖਿਆ ਜਾਂਦਾ ਹੈ। ਸ੍ਰੀ ਰਾਗ ਦਾ ਅੱਗੇ ਸ਼ਬਦ ਆਏਗਾ, ਉਸ ਵਿੱਚ ਬਾਬਾ ਇਹ ਲੇਖਾ ਲਿਖ ਜਾਣ, ਗੁਰੂ ਨੂੰ ਪੁੱਛ ਕੇ ਆਪਣੇ ਸੁਭਾਅ ਵਿੱਚ ਚੰਗਾ ਲਿਖਣਾ, ਸੋਚ ਵਿੱਚ ਚੰਗਾ ਲਿਖਣਾ। ਜੇ ਕੋਈ ਜਾਣੇ ਲੇਖਾ ਲਿਖਿਆ ਕੀਤਾ ਹੋਏ, ਉਹ ਲੇਖਾ ਬੇਅੰਤ ਹੈ। ਵਾਹਿਗੁਰੂ ਜੀ ਦੀਆਂ ਬਖਸ਼ਾਂ ਦਾ ਲੇਖਾ ਬੇਅੰਤ ਹੈ। ਕੀਤਾ ਤਾਣ ਸਵਾਲਿਓ ਰੂਪ, ਜੇ ਉਂਝ ਕੋਈ ਲਿਖਣ ਲੱਗ ਜਾਵੇ ਰੱਬ ਦੇ ਨਿਜ਼ਮਾਂ ਬਾਰੇ, ਰੱਬ ਦੇ ਉਸ ਬਾਰੇ, ਭੇਦ ਨਹੀਂ ਪਾ ਸਕਦਾ। ਉਹਦੀਆਂ ਸ਼ਕਤੀਆਂ ਬੇਅੰਤ ਨੇ, ਬੜਾ ਸੁੰਦਰ ਸਰੂਪ ਹੈ। ਕੀਤੀ ਦਾਤ ਜਾਣੈ ਕੌਣ ਕੂਤ, ਉਹਦੀਆਂ ਦਾਤਾਂ, ਕੋਈ ਉਹਦੀ ਦਾਤਾਂ ਦੀ ਵੈਲਿਊ ਪਾ ਹੀ ਨਹੀਂ ਸਕਦਾ, ਨਾ ਦਾਤਾਂ ਗਿਣ ਸਕਦਾ, ਨਾ ਵੈਲਿਊ ਪਾ ਸਕਦਾ। ਸੋਹਿਲਾ ਸਾਹਿਬ ਵਿੱਚ ਨਿੱਤ ਪੜ੍ਹਦੇ, ਤੇਰੇ ਦਾਨਾ ਕੀਮਤ ਨਾ ਪਵੈ, ਤੇਰੇ ਤੋਂ ਉਹਦੀ ਦਾਤ ਦੀ ਵੈਲਿਊ ਨਹੀਂ ਸਮਝੀ ਜਾ ਸਕਦੀ। ਕੀਤਾ ਪਸਾਓ ਇੱਕੋ ਕਵਾਓ, ਵਾਹਿਗੁਰੂ ਜੀ ਨੇ ਆ ਜਿਹੜਾ ਪਸਾਰਾ ਪਸਾਰ ਦਿੱਤਾ ਇੱਕ ਨਿਜ਼ਮ ਦੇ ਵਿੱਚ। ਕਵਾਓ ਉਹਦਾ ਨਿਜ਼ਮ, ਉਹਦਾ ਹੁਕਮ, ਉਹਦਾ ਬੋਲ, ਉਹਦੀ ਸੋਚ, ਵਾਹਿਗੁਰੂ ਜੀ ਦੀ ਸੋਚ, ਵਾਹਿਗੁਰੂ ਦੇ ਨਿਜ਼ਮ ਵਿੱਚ ਇਹ ਪਸਾਰਾ ਪਸਾਰਿਆ ਹੋਇਆ।
ਸਾਰੀ ਦੁਨੀਆ ਚੱਲ ਰਹੀ ਹੈ। ਤਿਸਤੇ ਹੋਏ ਲੱਖ ਦਰਿਆਓ, ਲੱਖਾਂ ਜ਼ਿੰਦਗੀਆਂ ਦੇ ਦਰਿਆ ਚੱਲ ਰਹੇ ਨੇ। ਕੁਦਰਤ ਕਵਣ ਕਹਾ ਵਿਚਾਰ, ਇਹ ਕੁਦਰਤ ਦੀ ਵਿਚਾਰ ਨਹੀਂ ਹੋ ਸਕਦੀ। ਕੁਦਰਤ ਵਿੱਚ ਸ਼ਕਤੀਆਂ ਨੇ, ਬਖਸ਼ਿਸ਼ਾਂ ਨੇ, ਇਹ ਫੁੱਲੀ ਡਿਸਕ੍ਰਾਈਬਡ ਨਹੀਂ ਹੋ ਸਕਦਾ, ਪੂਰੀ ਵਿਆਖਿਆ ਹੀ ਨਹੀਂ ਹੋ ਸਕਦੀ। ਵਾਰਿਆ ਨਾ ਜਾਵਾਂ ਇੱਕ ਵਾਰ, ਵਿਆਖਿਆ ਤਾਂ ਦੂਰ ਦੀ ਬਾਤ ਹੈ, ਅੰਦਰੋਂ ਆਵਾਜ਼ ਨਿਕਲੇਗੀ, ਵਾਹ ਐਸਾ ਖੇਲ ਹੈ, ਬਲਿਹਾਰੀ ਕੁਦਰਤ ਵਸਿਆ। ਇੱਕ ਵਾਰੀ ਵੀ ਤਾਂ ਇੱਥੋਂ ਮੈਂ ਪੂਰਨ ਬਲਿਹਾਰ ਨਹੀਂ ਜਾ ਸਕਦਾ। ਜੋ ਤੁਧ ਭਾਵੈ ਸਾਈ ਭਲੀ ਕਾਰ, ਜੋ ਵਾਹਿਗੁਰੂ ਜੀ ਨੂੰ ਪਾਉਂਦਾ ਹੈ ਉਹ ਚੱਲ ਰਿਹਾ ਹੈ। ਇਹਨੂੰ ਇੱਦਾਂ ਵੀ ਲੈ ਸਕਦੇ ਹਾਂ ਅਸੀਂ ਕਿ ਜਿਹੜੇ ਕਰਮ ਵਾਹਿਗੁਰੂ ਜੀ ਨੂੰ ਚੰਗੇ ਲੱਗਦੇ ਨੇ ਉਹ ਭਲੀ ਕਾਰ ਹੈ। ਇਹ ਵਾਹਿਗੁਰੂ ਜੀ ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਸਦਾ ਰਹਿਣ ਵਾਲਾ ਹੈ, ਆਕਾਰ ਤੋਂ ਰਹਿਤ ਹੈ, ਇਨਵਿਜ਼ੀਬਲ ਹੈ। ਇਸ ਦੁਨੀਆ ਤੇ ਅਸੰਖ ਜਪ, ਅਸੰਖ ਭਾਵ, ਅਣਗਿਣਤ ਕਿਸਮ ਦੇ ਜਪ ਨੇ, ਅਣਗਿਣਤ ਕਿਸਮ ਦੇ ਪਿਆਰ, ਰੱਬ ਨਾਲ ਪਿਆਰ ਕਰਨ ਦੇ ਤਰੀਕੇ ਨੇ। ਅਸੰਖ ਪੂਜਾ, ਅਸੰਖ ਤਪਤਾਓ, ਰੱਬ ਦੀ ਪੂਜਾ ਕਰਨ ਦੇ ਅਣਗਿਣਤ ਤਰੀਕੇ ਨੇ, ਅਸ਼ਿਆ ਕਰਨ ਦੇ ਅਣਗਿਣਤ ਤਰੀਕੇ ਨੇ। ਅਸੰਖ ਗ੍ਰੰਥ, ਮੁੱਖ, ਵੇਦ ਪਾਠ, ਧਾਰਮਿਕ ਗ੍ਰੰਥਾਂ ਦਾ ਪਾਠ ਕਰਨ ਦੇ ਤਰੀਕੇ ਵੱਖ-ਵੱਖ ਨੇ, ਗ੍ਰੰਥ ਅਣਗਿਣਤ ਨੇ, ਪਾਠ ਕਰਨ ਦੇ ਤਰੀਕੇ ਅਣਗਿਣਤ ਨੇ। ਅਸੰਖ ਜੋਗ ਮਨ ਰਹਿ ਉਦਾਸ, ਅਣਗਿਣਤ ਕਿਸਮ ਦੇ ਜੋਗੀ ਨੇ, ਮਨ ਵਿੱਚ ਉਦਾਸ ਰਹਿੰਦੇ ਨੇ, ਉਦਾਸ ਹੋਣ ਦੇ ਤਰੀਕੇ ਵੱਖਰੇ ਨੇ, ਅਣਗਿਣਤ ਨੇ। ਅਸੰਖ ਭਗਤ ਗੁਣ ਗਿਆਨ ਵਿਚਾਰ, ਅਣਗਿਣਤ ਭਗਤ, ਅਣਗਿਣਤ ਗੁਣ, ਅਣਗਿਣਤ ਤਰ੍ਹਾਂ ਦੇ ਗਿਆਨ ਹੈ, ਅਣਗਿਣਤ ਤਰ੍ਹਾਂ ਦੀ ਇਹਦੀ ਵਿਚਾਰ ਹੈ। ਅਸੰਖ ਸਤੀ, ਅਸੰਖ ਦਾਤਾਰ, ਸਤੀ ਸੱਚ ਤੇ ਪਹਿਰਾ ਦੇਣ ਵਾਲੇ, ਦਾਨੀ ਦਾਤਾਰ ਅਣਗਿਣਤ ਨੇ। ਅਸੰਖ ਸੂਰ ਮੋਹ ਪਖਸਾਰ, ਇਹ ਰੱਬ ਦੀ ਬਣਾਈ ਕੁਦਰਤ ਹੈ, ਇਹਦੇ ਵਿੱਚ ਸੂਰਮੇ ਨੇ। ਮੋਹ ਪਖਸਾਰ ਜਿਹੜੇ ਜੰਗੇ ਮੈਦਾਨ 'ਚ ਜੂਝਦੇ ਨੇ, ਸ਼ਸਤਰਾਂ ਦੇ ਵਾਰ ਖਾਂਦੇ ਨੇ, ਉਹ ਵੀ ਅਣਗਿਣਤ ਨੇ। ਅਸੰਖ ਮੌਨ ਲਿਵ ਲਾਏ ਤਾਰ, ਅਣਗਿਣਤ ਕਿਸਮ ਦੇ ਲੋਕ ਨੇ, ਕੋਈ ਮੌਨ ਧਾਰਨ ਵਾਲੇ, ਕੋਈ ਲਿਵ ਲਾਉਣ ਵਾਲੇ। ਕੁਦਰਤ ਕਵਣ ਕਹਾ ਵਿਚਾਰ, ਭਾਵ ਇਸ ਕੁਦਰਤ ਦੇ ਵਿੱਚ ਅਣਗਿਣਤ ਤਰ੍ਹਾਂ ਦੀ ਬਿਰਤੀ ਦੇ ਜੀਵ ਜੰਤੂ ਮਨੁੱਖ ਰਹਿੰਦੇ ਨੇ, ਅਣਗਿਣਤ ਤਰ੍ਹਾਂ ਦੇ ਸੁਭਾਅ ਤੇ ਕੁਦਰਤ ਨੇ, ਅਣਗਿਣਤ ਤਰ੍ਹਾਂ ਦੀ ਸੋਚ ਹੈ, ਇਹਦੀ ਵਿਚਾਰ ਨਹੀਂ ਹੋ ਸਕਦੀ। ਵਾਰਿਆ ਨਾ ਜਾਵਾਂ ਇੱਕ ਵਾਰ, ਤੂੰ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਰਿਪੀਟ ਕੀਤਾ ਗਿਆ, ਤੇਰੇ ਤੋਂ ਇੱਕ ਵਾਰੀ ਵੀ ਬਲਿਹਾਰ ਨਹੀਂ ਜਾ ਸਕਦਾ। ਵਾਹਿਗੁਰੂ ਜੀ ਜੋ ਤੈਨੂੰ ਪਾਉਂਦਾ ਹੈ ਉਹੀ ਚੰਗੀ ਕਾਰ ਹੈ, ਚੰਗਾ ਕਰਮ ਉਹੀ ਹੈ ਜੋ ਤੈਨੂੰ ਪਾਉਂਦਾ ਹੈ। ਤੂੰ ਸਦਾ ਰਹਿਣ ਵਾਲਾ ਹੈ, ਨਿਰੰਕਾਰ ਹੈ, ਇਨਵਿਜ਼ੀਬਲ ਹੈ। ਵਾਹਿਗੁਰੂ ਜੀ ਕਿਰਪਾ ਕਰਨ, ਵਾਹਿਗੁਰੂ ਜੀ ਦੇ ਸ਼ੁਕਰਾਨੇ ਵਿੱਚ ਜਿਉਣਾ, ਉਹਦੇ ਪਿਆਰ ਵਿੱਚ ਜਿਉਣਾ ਆ ਜਾਵੇ। ਚੁੱਕ ਦਿਖੇ ਮਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਜਿਮ ਜਿਮ ਵਰਸੈ